सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। ते प्राइम टाइम दे विच अज गल भ्रिष्टाचार दी, करप्शन दी, जिस तो आम लोग तुसीं या तुहाडा कोई होर सगा संबंधी असीं सारे औखे हुंदे आ जदों किते करप्शन दी गल आंदी है या पैसे देने पैण या फिर देण दी गल हुंदी है या मंगे जांदे ने। खैर करप्शन नूं लैके एक्शन दे दावियां दे विचाले गल विधान सभा दे विच भी इस मुद्दे दी तुरी तां तकरार भी शुरू हो गई ते तकरार तां फिर आउट ऑफ कंट्रोल भी हो गई। मुख मंत्री ते विरोधी धिर दे आगू आमो सामने हो गए, उन्हां दी तकरार होई। ਉਹ ਕੀ ਹੈ ਉਹ ਵੀ ਦਿਖਾਵਾਂਗੇ, ਪਰ ਸਵਾਲ ਇਹ ਕਿ ਤੂੰ ਮੈਂ ਹੋਈ ਕਿਉਂ। ਤੇ ਨੈਕਸਟ ਪੁਆਇੰਟ ਇਹ ਵੀ ਕਿ ਜਿੱਥੇ ਲੋਕਾਂ ਦੀ ਗੱਲ ਹੋਣੀ ਚਾਹੀਦੀ ਸੀ ਉੱਥੇ ਸਿਆਸੀ ਤਕਰਾਰ ਕਿਉਂ ਹੁੰਦੀ ਰਹੀ। ਅੱਜ ਚਰਚਾ ਇਸ ਮੁੱਦੇ ਉੱਤੇ ਵੀ ਕਿ ਵਿਜੀਲੈਂਸ ਦੀ ਜਿਹੜਾ ਐਕਸ਼ਨ ਹੈ ਜਾਂ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੈ ਕਿ ਉਹ ਸਵਾਲਾਂ ਦੇ ਘੇਰੇ ਵਿੱਚ ਹੈ। लगातार विजिलेंस ने ਵੱਖ-ਵੱਖ ਸਾਬਕਾ ਮੰਤਰੀਆਂ ਦੇ ਉੱਤੇ ਸ਼ਿਕੰਜਾ ਕੱਸਿਆ, ਉਸ ਦੇ ਉੱਤੇ ਵੀ ਅੱਜ ਗੱਲਬਾਤ ਕਰਾਂਗੇ। ਖੈਰ ਭ੍ਰਿਸ਼ਟਾਚਾਰ ਦਾ ਮੁੱਦਾ ਸੀ, ਇੱਕ ਰਿਪੋਰਟ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਵਿਧਾਨ ਸਭਾ ਦੇ ਅੰਦਰ ਅੱਜ ਹੋਇਆ ਕੀ ਕੁਝ ਹੈ। ਛੋਟੀ ਜਿਹੀ ਰਿਪੋਰਟ, ਗੱਲ ਹੋਵੇਗੀ ਭ੍ਰਿਸ਼ਟਾਚਾਰ ਤੇ ਆਰ-ਪਾਰ ਦੀ। विधान सभा इजलास के दूजे दिन गवर्नर के भाषण नूं लैके बहस हो रही सी तां बोलण दी वारी प्रताप सिंह बाजवा दी आई। कई मुद्दों का जिक्र किया तां विजिलेंस की कार्रवाई नूं लैके सरकार ते सवाल खड़े कर दिते। इत्थों तक कह दिता कि सानूं विजिलेंस के दफ्तर ते आप दा झंडा लगाउण दे लई मजबूर ना करो। तां मुख्यमंत्री मान भड़क उठे ते तिखी बहस का आगाज हो गया। राघव चड्ढा जी का कल मैं बयान पढ़ रहा कि यार जिन्नी ओपोजिशन पार्टीज नूं उन्हां दे सारे लीडरां नूं हर रोज CBI, रोज ED, रोज NIA रेड कर रही। तो उन्होंने राय दी कि सारिਆਂ ਦੇ ਦਫ਼ਤਰਾਂ ਦੇ ਉੱਤੇ ਭਾਜਪਾ ਦਾ ਝੰਡਾ ਲਾ ਦਿਓ। तो मैं ਤੁਹਾਨੂੰ भी कहना चाहना, लेट अस मूव फॉरवर्ड। ਹੁਣ ਕੱਲ ਨੂੰ ਸਾਨੂੰ ਮਜਬੂਰ ਨਾ ਕਰ ਦਿਓ ਕਹਿਣ ਨੂੰ ਕਿ ਵਿਜੀਲੈਂਸ ਦੇ ਦਫ਼ਤਰ ਦੇ ਉੱਤੇ ਵੀ ਆਮ ਆਦਮੀ ਪਾਰਟੀ ਦਾ ਝੰਡਾ ਲਾ ਦੀ। ਨਹੀਂ ਤੁਸੀਂ ਤਾਂ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ। ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਲ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਨਾਲ। ਉਹਦਾ ਮਤਲਬ ਚੀਫ ਮਿਨਿਸਟਰ ਦੀ ਇਨਕੁਆਇਰੀ ਤੋਂ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। टाइम तो लगता है, बिना इन्वेस्टिगेशन तो जांच करने टाइम तो लगता है। किसी टीम की जांच करने टाइम तो लगता है। तुसी सबर करो, मैं कांग्रेसी नूं बेनती करदा सबर करो, सब दी वारी आऊगी। चलो ठीक है करो। तिखी बहस के दौरान मुख्यमंत्री मान ने कहा कि जिसने भी पंजाब का पैसा खादा है उस तो हिसाब लिया जाएगा। तगों बाजवा ने भी मुख्यमंत्री तो हिसाब मंग लिया। साहब जिन्हें पंजाब का एक भी पैसा खादा है ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ ਤੁਸੀਂ ਡ੍ਰੌਪ ਕੀਤਾ? ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਮੁੱਖ ਮੰਤਰੀ ਨੇ ਇੱਕ ਇੱਕ ਕਰਕੇ ਕਾਂਗਰਸ ਦੇ ਵਿੱਚੋਂ ਬੀਜੇਪੀ ਦੇ ਵਿੱਚ ਗਏ ਆਗੂਆਂ ਦਾ ਜ਼ਿਕਰ ਕਰ ਦਿੱਤਾ ਤੇ ਸਾਫ਼ ਕਹਿ ਦਿੱਤਾ ਕਿ ਚਾਹੇ ਜਿੱਥੇ ਮਰਜ਼ੀ ਚਲੇ ਜਾਓ, ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਤਾਗੂ ਬਾਜਵਾ ਨੇ ਵੀ ਮੁੱਖ ਮੰਤਰੀ ਨੂੰ ਆਪਣੀ ਤਿਆਰੀ ਰੱਖਣ ਦੀ ਚੁਣੌਤੀ ਦੇ ਦਿੱਤੀ। ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਹੈਪਨਮੈਂਟ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ। ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ? ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने जे सत्ता बदल गई, सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे TJP चले जाओ, जे पंजाब दा पैसा खाता है अंदर होंगे। तुसीं यू आर जस्ट प्लेइंग टू दी गैलरी वंस अगेन, यू आर जस्ट प्लेइंग टू दी गैलरी। असीं ये कह रहे हैं फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਂਦਾ। ਸੀਐਮ ਨੇ ਸਦਨ ਦੇ ਵਿੱਚ ਬੋਲਦਿਆਂ ਸਾਬਕਾ ਸੀਐਮ ਚੰਨੀ ਤੇ ਵੀ ਨਿਸ਼ਾਨਾ ਸਾਧ ਦਿੱਤਾ ਤੇ ਜ਼ਿਕਰ ਸਦਨ ਦੇ ਵਿੱਚ ਬੈਠੇ ਆਗੂਆਂ ਦਾ ਵੀ ਕਰ ਦਿੱਤਾ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है और चन्नी दे जेड़े चहेते ने इत्थे बैठे ने थोड़ा मुंह परा कर लेंदे उदों जो रेते दी गल होंदी है। सारे हैगे ने, कोई गल सारे हैगे ने। मैं कह जी चिट्ठे एडे एडे ने, तुसीं देखोगे चिट्ठे। ਤਾਂ ਉਧਰ ਪ੍ਰਤਾਪ ਸਿੰਘ ਬਾਜਵਾ ਨੇ सीएम ਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਨੇ ਤੇ ਮਾਫੀ ਮੰਗਣ ਦੀ ਮੰਗ ਕੀਤੀ ਗਈ ਹੈ। सीएम पंजाब भगवंत मान ने ओपोजिशन ਦੀਆਂ ਸਮੁੱਚੀਆਂ ਪਾਰਟੀਆਂ ਨੂੰ ਤੇ
ਵਿਸ਼ੇਸ਼ ਤੌਰ ਕਾਂਗਰਸ ਦੀ ਲੀਡਰਸ਼ਿਪ ਨੂੰ ਹੱਥ ਕਰਕੇ ਥ੍ਰੈਟਨ ਕੀਤਾ, ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨੇ ਕੁਝ ਬੰਦੇ ਉਹ ਨੇਮ ਕੀਤੇ ਜਿਹੜੇ ਹਾਊਸ ਦੇ ਵਿੱਚ ਨਹੀਂ ਨੇ। ਤੋ ਇਸ ਦੇ ਖਿਲਾਫ ਅਸੀਂ ਇਹ ਗੱਲ ਫੈਸਲਾ ਸਾਰਿਆਂ ਨੇ ਕੀਤਾ ਕਿ ਜਿੰਨੀ ਦੇਰ ਭਗਵੰਤ ਮਾਨ ਹਾਊਸ ਦੇ ਵਿੱਚ ਆ ਕੇ ਬਕਾਇਦਾ ਤੌਰ ਆਪਣੀ ਇਸ ਬਿਆਨੀ ਤੋਂ ਵਾਪਸ ਨਹੀਂ ਲੈਂਦੇ, ਰਿਗਰੈਟਸ ਨਹੀਂ ਮੰਗਦੇ, ਉਨੀ ਦੇਰ ਵਾਸਤੇ ਸਾਡੇ ਵਾਸਤੇ ਮੁਸ਼ਕਲ ਹੋਏਗਾ। ਸੋ ਦੂਜੇ ਦਿਨ ਵੀ ਜ਼ਬਰਦਸਤ ਹੰਗਾਮੇ ਦੇ ਵਿਚਾਲੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਤੇ ਸੀਐਮ ਤੇ ਬਾਜਵਾ ਦੇ ਵਿਚਕਾਰ ਹੋਈ ਬਹਿਸ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਪਾਰਾ ਵਧਾ ਦਿੱਤਾ ਹੈ ਤੇ ਆਖਰ ਇਹ ਬਹਿਸ ਅਗਲੇ ਦਿਨਾਂ ਦੇ ਵਿੱਚ ਕੀ ਰੁਖ ਅਖਤਿਆਰ ਕਰਦੀ ਹੈ, ਇਹ ਵੇਖਣਾ ਹੋਵੇਗਾ। ਚੰਡੀਗੜ੍ਹ ਤੋਂ ਪੰਕਜ ਕਪਾਹੀ ਤੇ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਇਸ ਮੁੱਦੇ ਉੱਤੇ ਹੀ ਹੋਵੇਗੀ, ਏਜੰਸੀਆਂ ਦੇ ਉੱਤੇ ਇਲਜ਼ਾਮ ਲੱਗੇ ਹੋਣ ਜਾਂ ਏਜੰਸੀਆਂ ਦੀ ਵਰਤੋਂ ਦੇ ਉੱਤੇ ਦੁਰਵਰਤੋਂ ਦੇ ਇਲਜ਼ਾਮ ਲੱਗੇ ਹੋਣ, ਇਹ ਕੋਈ ਨਵੀਂ ਗੱਲ ਨਹੀਂ ਹੈ। ਸਮੇਂ-ਸਮੇਂ ਤੇ ਸਰਕਾਰਾਂ ਰਹੀਆਂ, ਇਨਫੈਕਟ ਚਾਹੇ ਉਹ ਸਟੇਟ ਗਵਰਨਮੈਂਟ ਹੋਵੇ ਜਾਂ ਫਿਰ ਸੈਂਟਰ ਦੀ ਗਵਰਨਮੈਂਟ ਹੋਵੇ, ਸੀਬੀਆਈ, ਈਡੀ ਜਾਂ ਜਾਂਚ ਏਜੰਸੀਆਂ ਨੂੰ ਲੈ ਕੇ ਉਹਨਾਂ ਦੀ ਵਰਤੋਂ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ। ਤਾਂ ਕੀ ਭ੍ਰਿਸ਼ਟਾਚਾਰ ਦੇ ਉੱਤੇ ਐਕਸ਼ਨ ਕਰਨ ਦੇ ਵਿੱਚ ਕੋਈ ਡਬਲ ਸਟੈਂਡਰਡਸ ਅਪਣਾਏ ਜਾ ਰਹੇ ਨੇ, ਜੋ ਕਾਂਗਰਸ ਇਲਜ਼ਾਮ ਲਗਾ ਰਹੀ ਹੈ। ਦੂਜਾ ਪੁਆਇੰਟ ਇਹ ਵੀ ਹੈ ਕਿ ਜੇ ਐਕਸ਼ਨ ਹੋ ਰਿਹਾ ਹੈ ਤਾਂ ਫਿਰ ਉਸ ਦੇ ਉੱਤੇ ਸਵਾਲ ਕਿਉਂ ਚੁੱਕੇ ਜਾ ਰਹੇ ਨੇ। ਜੇ ਕੋਈ ਫਾਈਲਾਂ ਖੁੱਲ ਰਹੀਆਂ ਨੇ ਤਾਂ ਉਸ ਦੇ ਉੱਤੇ ਕਿੰਤੂ ਪਰੰਤੂ ਕਿਉਂ ਹੈ, ਇਸ ਦੇ ਉੱਤੇ ਗੱਲਬਾਤ ਹੋਏਗੀ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ, ਔਰ ਗੱਲਬਾਤ ਦੇ ਜ਼ਰੀਏ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਆਖਿਰ ਇਹ ਪੂਰਾ ਬਵਾਲ ਭ੍ਰਿਸ਼ਟਾਚਾਰ ਦੇ, ਕਰਪਸ਼ਨ ਦੇ ਮੁੱਦੇ ਦੇ ਉੱਤੇ ਹੈ ਕਿਉਂ। ਸਾਡੇ ਨਾਲ ਸਨੀ ਅਹਲੂਵਾਲੀਆ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ। ਕਾਲਨ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਤੇ ਸਾਡੇ ਨਾਲ ਕਮਲਜੀਤ ਸਿੰਘ ਸੋਈ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਈ ਸਾਹਿਬ ਸਕਾਈਪ ਦੇ ਜ਼ਰੀਏ ਸਾਡੇ ਨਾਲ ਜੁੜ ਰਹੇ ਨੇ। ਸਾਰੇ ਮਹਿਮਾਨਾਂ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਨਾ ਹੈ, ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਸਰਕਾਰ ਹੈ। ਸਵਾਲ ਇਸ ਕਰਕੇ ਸਿੱਧੇ ਅਹਲੂਵਾਲੀਆ ਸਾਹਿਬ ਤੁਹਾਨੂੰ ਹੋਣਗੇ। ਮੇਰਾ ਪਹਿਲਾ ਸਵਾਲ, ਜੇ ਵਿਜੀਲੈਂਸ ਦੀ ਵਰਤੋਂ ਦੇ ਉੱਤੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ, ਇਲਜ਼ਾਮ ਇਹ ਨੇ ਕਿ ਤੁਸੀਂ ਆਪਣੇ ਵਾਲਿਆਂ ਪਾਸੇ ਥੋੜੀ ਜਿਹੀ ਸਵੱਲੀ ਨਜ਼ਰ ਹੈ ਤੇ ਦੂਜੇ ਵਾਲਿਆਂ ਪਾਸੇ ਐਕਸ਼ਨ ਵਾਲੀ ਨਜ਼ਰ ਹੈ। ਪ੍ਰਤਾਪ ਬਾਜਵਾ ਸਦਨ ਦੇ ਵਿੱਚ ਇਹੀ ਮੁੱਦਾ ਚੁੱਕਦੇ ਹੋਏ ਨਜ਼ਰ ਆਏ ਨੇ। ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਗੱਲ ਹੈ, ਜਦ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਲਿੱਤੀ ਸੀ, ਉਹਨਾਂ ਨੇ ਕਿਹਾ ਸੀ ਵੀ ਕਰਪਸ਼ਨ ਫ੍ਰੀ ਜ਼ੀਰੋ ਟੋਲਰੈਂਸ ਦੀ ਅਸੀਂ ਸਰਕਾਰ ਦਾਂਗੇ। ਕਰਪਸ਼ਨ ਫ੍ਰੀ, ਟਰਾਂਸਪੇਰੈਂਸ, ਗੁੱਡ ਗਵਰਨੈਂਸ ਸਾਡਾ ਤੇ ਕਲੀਅਰ ਜਿਹਾ ਮਾਡਲ ਹੈਗਾ। ਅਸੀਂ ਜਿਹੜੀ ਗੱਲ ਕਰਦੇ ਆ ਉਹ ਕਰਦੇ ਆ ਕੋਈ ਨਾ ਕੋਈ ਗੱਲ ਦੇ ਉੱਤੇ। ਇਹਨਾਂ ਦੇ ਕਾਂਗਰਸ ਦੇ ਕਿੰਨੇ ਮਿਨਿਸਟਰਸ, ਬੇਸ਼ੱਕ ਉਹ ਚਲੋ ਬੀਜੇਪੀ 'ਚ ਚਲੇ ਗਏ, ਪਰ ਕਿੰਨੇ ਮਿਨਿਸਟਰਸ ਅੱਜ ਅੰਦਰ ਨੇ। ਤੁਸੀਂ ਜਵਾਬ ਦਿਓ ਕਿ ਸਾਧੂ ਸਿੰਘ ਧਰਮਸੋਤ ਕਿੱਥੇ ਨੇ, ਆਸ਼ੂ ਜੀ ਜਿਹੜੇ ਇਹਨਾਂ ਦੇ ਮੰਤਰੀ ਨੇ ਉਹ ਕਿੱਥੇ ਨੇ, ਭਾਰਤ ਭੂਸ਼ਣ ਆਸ਼ੂ ਜੀ, ਸ਼ਾਮ ਸੁੰਦਰ ਅਰੋੜਾ ਜੀ ਕਿੱਥੇ ਨੇ। ਇਹਨਾਂ ਨੇ ਕਰਪਸ਼ਨ ਕੀਤੀ ਹੈ ਤਦ ਹੀ ਅੰਦਰ ਨੇ। ਇਹਨਾਂ ਨੇ ਕੋਈ ਨਾ ਕੋਈ ਕੰਮ ਕੀਤਾ। ਜਿਹੜੇ ਮਦਨ ਲਾਲ ਠੇਕੇਦਾਰ ਸੀਗੇ ਇਹਨਾਂ ਦੇ, ਉਹ ਵੀ ਇਹਨਾਂ ਦੇ ਉੱਤੇ ਵੀ ਸ਼ੋ ਕਾਜ਼ ਨੋਟਿਸ ਨਿਕਲਿਆ ਹੈ। ਚਰਨਜੀਤ ਚੰਨੀ ਜੀ ਦੇ ਉੱਤੇ ਦੇਖੋ ਕਿੰਨੇ ਵੱਡੇ, ਕਦੀ ਤਾਜ ਤੋਂ ਖਾਣਾ ਮੰਗਾਉਂਦੇ, ਕਦੀ ਖੱਡਾਂ ਦਾ ਰੋਲਾ ਪਿਆ ਉਹਨਾਂ ਦਾ। ਇਹਨਾਂ ਦੇ ਇੰਨੇ ਲੀਡਰਸ ਅੰਦਰ ਨੇ। ਇਹਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਹੈ ਕਿ ਇਹਨਾਂ ਨੇ ਜੰਮ ਕੇ ਪੰਜਾਬ ਨੂੰ ਲੁੱਟਿਆ ਤੇ ਅੱਜ ਇੱਕ ਇਹੋ ਜਿਹਾ ਮੁੱਖ ਮੰਤਰੀ ਬਣਿਆ ਸਰਦਾਰ ਭਗਵੰਤ ਸਿੰਘ ਮਾਨ, ਜਿਹੜਾ ਕਹਿੰਦਾ ਨਾ ਖਾਊਂਗਾ ਨਾ ਖਾਣੇ ਦੂੰਗਾ, ਕਰਪਸ਼ਨ ਹੋਣ ਨਹੀਂ ਦਾਂਗਾ। ਉਹ ਕਹਿੰਦਾ ਇਹ ਨਹੀਂ ਹੈ ਕਿ ਤੁਹਾਡੇ ਵਾਲੇ ਫੜੂੰਗਾ, ਜੇ ਸਾਡੇ ਚੋਂ ਕੋਈ ਕਰੂਗਾ ਉਹਨੂੰ ਵੀ ਫੜਾਂਗਾ। ਔਰ ਉਹਨਾਂ ਦਾ ਵੀ ਐਗਜ਼ਾਮਪਲ ਸੈੱਟ ਕੀਤਾ। ਬੇਸ਼ੱਕ ਉਹ ਹੈਲਥ ਮਿਨਿਸਟਰ ਸੀਗੇ, ਉਹਨਾਂ ਨੂੰ ਫੜ ਲਿਆ। ਬੇਸ਼ੱਕ ਅਗਰ ਕੋਈ ਐਮਐਲਏ ਫੜਿਆ ਗਿਆ, ਉਹਨਾਂ ਨੂੰ ਫੜ ਲਿਆ ਜੇ ਕਰਪਸ਼ਨ ਕੀਤੀ। ਇਸ ਕਰਕੇ ਜ਼ੀਰੋ ਟੋਲਰੈਂਸ ਇਹ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਆ। ਅਰਵਿੰਦ ਕੇਜਰੀਵਾਲ ਜੀ ਜਿਹੜਾ ਪ੍ਰੋਮਿਸ ਕਰਦੇ ਸੀ ਉਹ ਪੂਰਾ ਕਰਦੇ ਸੀ। ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੀ ਗੱਲ ਕਹਿੰਦੇ ਉਹਨੂੰ ਪੂਰਾ ਕਰਦੇ। ਔਰ ਤੁਸੀਂ ਐਗਜ਼ਾਮਪਲ ਦੇਖਿਆ, ਅੱਜ ਬਾਜਵਾ ਜੀ ਨੂੰ ਡਰ ਕਾਹਦਾ ਹੈ? ਇਹੋ ਜਿਹੀ ਕਿਹੜੀ ਚੀਜ਼ ਹੋ ਗਈ ਕਿ ਬਾਜਵਾ ਜੀ ਨੂੰ ਇਹ ਗੱਲ ਬਾਰ-ਬਾਰ ਕਹਿਣੀ ਵੀ ਕਿੱਥੇ ਐ ਤਾਂ ਨਹੀਂ ਕਿ ਵਿਜੀਲੈਂਸ ਦਾ ਅਗਲਾ ਨਿਸ਼ਾਨਾ ਬਾਜਵਾ ਸਾਹਿਬ ਹੋਣ, ਇਸ ਕਰਕੇ ਇਹਨਾਂ ਨੇ ਇੰਨਾ ਬੋਲਿਆ। ਅੱਜ ਤੁਸੀਂ ਇਹ ਦੇਖੋ ਕਿ ਕਿਸ ਹਿਸਾਬ ਨਾਲ ਭੜਕੀ ਹੈ ਕਾਂਗਰਸ। ਔਰ ਕਾਂਗਰਸ ਇੱਕ ਇਹੋ ਜਿਹੀ ਪਾਰਟੀ ਹੈ ਜਿਹਨੇ ਬਾਕੀ ਸਾਰੀ ਓਪੋਜੀਸ਼ਨ ਪਾਰਟੀਜ਼ ਨੇ ਇੱਕ ਲੈਟਰ ਦਿੱਤੀ ਪ੍ਰਾਈਮ ਮਿਨਿਸਟਰ ਦੇ ਨਾਂ ਤੇ ਕਿ ਤੁਸੀਂ ਇਨੋਸੈਂਟ ਲੋਕਾਂ ਨੂੰ ਫੜ ਰਹੇ ਹੋ। ਮਨੀਸ਼ ਸਿਸੋਦੀਆ ਜੀ ਨੂੰ ਫੜ ਲਿਆ, ਸਤਿੰਦਰ ਜੈਨ ਜੀ ਨੂੰ ਫੜ ਲਿਆ, ਲੇਕਿਨ ਕਾਂਗਰਸ ਨੇ ਹੱਥ ਨਹੀਂ ਨਾ ਮਿਲਾਇਆ ਨਾਲ। ਉਹ ਇਸ ਲਈ ਨਹੀਂ ਮਿਲਾਇਆ ਕਿਉਂਕਿ ਕਾਂਗਰਸ ਦਾ ਖੁਦ ਕਰਪਟ ਹੈ। ਜਿਹੜੀ ਸਰਕਾਰ ਖੁਦ ਕਰਪਟ ਹੋਏ ਉਹ ਇਹੋ ਜਿਹੇ ਕੰਮ ਕਰ ਨਹੀਂ ਸਕਦੀ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਤੁਹਾਨੂੰ, ਠੀਕ ਹੈ, ਜਿਹੜਾ ਦੇਖੋ ਪੁਆਇੰਟ ਉੱਠ ਰਿਹਾ ਹੈ, ਕਰਪਸ਼ਨ ਦੇ ਖਿਲਾਫ ਕਾਰਵਾਈ ਹੋਵੇ, ਉਸ ਦੇ ਉੱਪਰ ਕੋਈ ਕਿੰਤੂ ਪਰੰਤੂ ਕਰੇ ਤਾਂ ਲੱਗ ਨਹੀਂ ਰਿਹਾ ਕਿ ਜਨਤਾ ਨੂੰ ਸਮਝ ਨਹੀਂ ਆਏਗਾ। ਪਰ ਉਹ ਕਹਿ ਰਹੇ ਨੇ ਕਿ ਸਭ ਦੇ ਲਈ ਇਕੁਅਲ ਹੋਵੇ ਨਾ, ਕਾਨੂੰਨ ਤਾਂ ਸਭ ਦੇ ਲਈ ਸੇਮ ਹੈ, ਕਿ ਇਕੁਅਲ ਹੋਣਾ ਚਾਹੀਦਾ। ਬਿਲਕੁਲ ਇਕੁਅਲ ਹੈ। ਮੈਨੂੰ ਦੱਸੋ ਕਿ ਕੀ ਡਿਫਰੈਂਸ ਕੀ ਹੈ?
ਜੇ ਇੱਕ ਬੰਦਾ 50 ਲੱਖ ਦਾ ਬੈਗ ਲੈ ਕੇ ਪਹੁੰਚ ਜਾਂਦਾ ਇੱਕ ਆਪਣਾ ਵਿਜੀਲੈਂਸ ਦੇ ਆਫੀਸਰ ਕੋਲ ਤੇ ਉਹਨੂੰ ਕਹਿੰਦਾ ਵੀ ਮੇਰਾ ਕੇਸ ਚੋਂ ਨਾਮ ਕੱਢ ਦਿਓ, ਉਹਨੂੰ ਅੰਦਰ ਨਾ ਕਰੀਏ? ਤੁਸੀਂ ਦੱਸੋ, ਇੰਨਾ ਪੈਸਾ ਇਹ ਲੋਕ ਖਾ ਗਏ, ਉਹਨਾਂ ਨੂੰ ਅੰਦਰ ਨਾ ਕਰੀਏ? ਉਹ ਤਾਂ ਕਹਿੰਦਾ ਜਿਹੜਾ 1 ਰੁਪਿਆ ਵੀ ਖਾਏਗਾ, ਮਾਨ ਸਾਹਿਬ ਕਹਿੰਦੇ ਬਾਰ-ਬਾਰ, ਜਿਹੜਾ 1 ਰੁਪਿਆ ਵੀ ਖਾਏਗਾ ਉਹਨੂੰ ਵੀ ਨਹੀਂ ਛੱਡਾਂਗੇ। ਔਰ ਅੱਜ ਮਾਨ ਸਾਹਿਬ ਨੇ ਬੜਾ ਕਲੀਅਰ ਉਹਨਾਂ ਨੂੰ ਕਹਿਤਾ, ਬਾਜਵਾ ਸਾਹਿਬ ਨੂੰ, ਕਿ ਅਸੀਂ ਨਹੀਂ ਸਪੇਅਰ ਕਰਨਾ ਕਿਸੇ ਨੂੰ। ਤੁਸੀਂ ਜਿੰਨੇ ਮਰਜ਼ੀ ਬੀਜੇਪੀ ਚਲੇ ਜਾਓ, ਬੇਸ਼ੱਕ ਜਿਹਦੇ ਮਰਜ਼ੀ ਪਾਰਟੀ ਪਾ ਜਾਓ, ਜਿਹਨੇ ਕਰਪਸ਼ਨ ਕੀਤੀ ਹੈ ਉਹਨਾਂ ਨੂੰ ਅਸੀਂ ਅੰਦਰ ਕਰਕੇ ਰਵਾਂਗੇ। ਵਿਜੀਲੈਂਸ ਨੂੰ ਫ੍ਰੀ ਹੈਂਡ ਦਿੱਤਾ ਹੈ ਔਰ ਉਹ ਆਪਣਾ ਕੰਮ ਬਹੁਤ ਅੱਛੇ ਤਰੀਕੇ ਨਾਲ ਕਰਦੀ ਪਈ। ਠੀਕ, ਆਪਾਂ ਕਾਲੋ ਸਾਹਿਬ ਦਾ ਰੁਖ ਕਰਦੇ ਹਾਂ। ਮੈਂ ਇੱਕ ਸਭ ਦਾ ਰਿਐਕਸ਼ਨ ਲੈ ਲਵਾਂ, ਉਸ ਤੋਂ ਬਾਅਦ ਇਸ ਪੁਆਇੰਟ ਦੇ ਉੱਤੇ ਅੱਗੇ ਵਧਾਂਗੇ ਜਿਹੜੇ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਨੇ। ਕਾਂਗਰਸ ਦਾ ਰੁਖ ਕਰਦੇ ਹਾਂ। ਕਾਲੋ ਸਾਹਿਬ, ਬਾਜਵਾ ਸਾਹਿਬ ਨੂੰ ਡਰ ਹੈ, ਆਮ ਆਦਮੀ ਪਾਰਟੀ ਇਹ ਇਲਜ਼ਾਮ ਲਗਾ ਰਹੀ ਹੈ। ਦੇਖੋ, ਜੇ ਭ੍ਰਿਸ਼ਟਾਚਾਰ ਹੋਇਆ ਜਾਂ ਜਿਸ ਦੇ ਉੱਤੇ ਇਲਜ਼ਾਮ ਲੱਗੇ, ਐਕਸ਼ਨ ਹੋ ਰਿਹਾ, ਤਾਂ ਉਸ ਦੇ ਉੱਤੇ ਕਿੰਤੂ ਪਰੰਤੂ ਕਿਉਂ? ਜੇਕਰ ਕੋਈ ਪਾਕ ਸਾਫ ਹੋਏਗਾ ਤਾਂ ਨਿਕਲ ਕੇ ਆ ਜਾਏਗਾ। ਦੇਸ਼ ਦੇ ਵਿੱਚ ਕਾਨੂੰਨ ਹੈ, ਅਦਾਲਤਾਂ ਨੇ, ਸਭ ਕੁਝ ਹੈਗਾ, ਕਿੰਤੂ ਪਰੰਤੂ ਕਿਉਂ? ਗੌਰਵ, ਬਿਲਕੁਲ ਕਿਸੇ ਚੀਜ਼ ਦਾ ਕਿੰਤੂ ਪਰੰਤੂ ਨਹੀਂ ਆ। ਇਹਨਾਂ ਦੀ ਤੇ ਉਹ ਗੱਲ ਹੈ ਵੀ ਨਾਚਣਾ ਜਾਣਾ ਆਂਗਣ ਟੇਢਾ। ਸੋ ਵੇਖੋ, ਇਹਨਾਂ ਨੇ ਹੁਣੇ ਇਲਜ਼ਾਮ ਲਾਤਾ ਇੱਥੇ ਸਨੀ ਜੀ ਨੇ ਬੈਠਿਆ ਕਿ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੂੰ ਕੋਈ ਆਪਣਾ ਡਰ ਹੈ ਜਿਹਦੇ ਲਈ ਉਹ ਇਹ ਕਹਿ ਰਹੇ ਨੇ, ਬਾਰ-ਬਾਰ ਇਹ ਗੱਲ ਕਰ ਰਹੇ ਨੇ। ਮੈਨੂੰ ਨਹੀਂ ਪਤਾ ਵਾਲੀਆ ਜੀ ਦਾ ਕੀ ਤਜਰਬਾ ਹੈ ਰਾਜਨੀਤੀ ਦੇ ਵਿੱਚ, ਪਰ ਮੈਨੂੰ ਇਹ ਦੱਸ ਦੇਣ ਕਿ ਪ੍ਰਤਾਪ ਸਿੰਘ ਬਾਜਵਾ ਹੁਣੀ ਲਾਸਟ ਟਾਈਮ ਕਦੋਂ ਜਿਹੜਾ ਉਹ ਸਰਕਾਰ ਦੇ ਵਿੱਚ ਰਹੇ, ਔਰ ਕੀ ਉਹਨਾਂ ਦੇ ਉੱਤੇ ਕੋਈ ਕਰਪਸ਼ਨ ਚਾਰजेस ਸੀ? ਜੇਕਰ ਨਹੀਂ ਸੀ ਤੇ ਕੱਲ ਨੂੰ ਤੁਸੀਂ ਵੀ ਕੋਰਟ ਦੇ ਵਿੱਚ ਜਾਣ ਨੂੰ ਸਨੀ ਜੀ ਤਿਆਰ ਹੋ ਜਾਓ, ਕਿਉਂਕਿ ਡੈਫਾਮੇਸ਼ਨ ਦਾ ਕੇਸ ਬਣਦਾ ਇਸ ਚੀਜ਼ ਦੇ ਉੱਤੇ। ਪਹਿਲੀ ਚੀਜ਼। ਦੂਸਰੀ ਚੀਜ਼, ਕਿ ਕੌਣ ਕਰਪਸ਼ਨ ਦੀ ਗੱਲ ਵੇਖੋ ਕਰ ਕੌਣ ਰਿਹਾ ਹੈ। ਇਹ ਉਹ ਲੋਕ ਕਰਪਸ਼ਨ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਠੱਗਿਆ। ਇਹ ਲਟੇਰਿਆਂ ਦਾ ਇੱਕ ਟੋਲਾ ਹੈ ਜਿਨ੍ਹਾਂ ਇੱਕ ਮੰਤਰੀ ਜੇਲ੍ਹ ਦੇ ਵਿੱਚ ਪਿਆ ਹੈ, ਕਿੱਥੇ, ਤਿਹਾੜ ਜੇਲ੍ਹ ਦੇ ਵਿੱਚ। ਉਹ ਇੱਕ ਵੀਡੀਓ ਲੀਕ ਹੁੰਦੀ ਹੈ, ਉਹਦੇ ਲਈ ਕਿਤੇ ਉਹ ਮਾਲਸ਼ਾਂ ਕਰਾ ਰਿਹਾ, ਕਿਤੇ ਕੁਛ ਕਰਾ ਰਿਹਾ, ਉਹ ਇੰਨੇ ਦੇਰ ਤੋਂ ਜੇਲ੍ਹ 'ਚ ਪਿਆ ਹੈ। ਮਨੀਸ਼ ਸਿਸੋਦੀਆ ਅੰਦਰ ਚਲਾ ਗਿਆ। ਪਿੱਛੇ ਆ 2-4 ਮਹੀਨੇ ਖਲੋ ਜੋ, ਇਹਨਾਂ ਦੇ ਵੱਡੇ ਜਿਹੜੇ ਨਾਮ ਨੇ ਨਾ, ਉਹ ਵੀ ਜਾਣ ਵਾਲੇ ਹੀ ਨੇ। ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਇੰਨੇ ਕੀ ਸਮੇਂ ਦੇ ਵਿੱਚ ਇਸ ਲੈਵਲ ਦੀ ਕਰਪਸ਼ਨ ਕਰਤੀ ਕਿ ਇਹਨਾਂ ਨੂੰ ਜੇਲ੍ਹ 'ਚ ਸੁੱਟਿਆ ਜਾ ਰਿਹਾ। ਜਿਹੜੀ ਗੱਲ ਬਾਜਵਾ ਸਾਹਿਬ ਕਰ ਰਹੇ ਸੀ ਕਿ ਕੀ ਕਹਿੰਦੇ ਹੁੰਦੇ ਵੀ ਜਦੋਂ ਆਪਾਂ ਵਾਈ ਟੂ ਡਿਫਰੈਂਟ ਯਾਰਡ ਸਟਿਕਸ ਟੂ ਮੈਜਰ। ਦਿੱਲੀ ਦੇ ਵਿੱਚ ਜੇਕਰ ਕੇਂਦਰ ਦੀ ਕੋਈ ਏਜੰਸੀ ਤੁਹਾਡੇ ਤੇ ਹੱਥ ਪਾਉਂਦੀ ਹੈ ਤੇ ਤੁਸੀਂ ਕਹਿੰਦੇ ਹੋ ਵੀ ਬਦਲਾਖੋਰੀ ਹੋ ਰਹੀ ਹੈ, ਬਦਲੇ ਦੀ ਰਾਜਨੀਤੀ ਹੋ ਰਹੀ ਹੈ। ਉਹੋ ਹੀ ਜਦੋਂ ਤੁਸੀਂ ਪੰਜਾਬ ਦੇ ਵਿੱਚ ਆ ਕੇ ਕਰਦੇ ਹੋ ਤੇ ਕਹਿੰਦੇ ਹੋ ਕਿ ਅਸੀਂ ਕਰਪਟ ਲੋਕਾਂ ਦੇ ਉੱਤੇ ਹੱਥ ਪਾ ਰਹੇ ਹਾਂ। ਭਾਈ ਏਦਾਂ ਨਾ ਕਰੋ। ਤੁਹਾਡੇ ਵੀ ਜੇ ਕੋਈ ਸਾਡਾ ਕਰਪਟ ਹੈ ਉਹਨੂੰ ਜੇ ਤੁਸੀਂ ਅੰਦਰ ਸੁੱਟਿਆ ਤੇ ਕਾਨੂੰਨ ਆਪਣਾ ਕੰਮ ਕਰੇਗਾ। ਜੇ ਕੋਈ ਹੋਰ ਵੀ ਕਰਪਟ ਹੈ ਤੇ ਤੁਸੀਂ ਉਹਨੂੰ ਵੀ ਜਿਹੜਾ ਉੱਤੇ ਵੀ ਕਾਰਵਾਈ ਕਰੋ। ਕੌਣ ਤੁਹਾਨੂੰ ਰੋਕਦਾ ਹੈ? ਪਰ ਜਦੋਂ ਤੁਹਾਨੂੰ ਲੱਗਦਾ ਕਿ ਵਿਜੀਲੈਂਸ ਦੀ ਜਿਹੜਾ ਇਸਤੇਮਾਲ ਉਹ ਠੀਕ ਨਹੀਂ ਕੀਤਾ ਜਾ ਰਿਹਾ, ਵਿਜੀਲੈਂਸ ਇੰਡੀਪੈਂਡੈਂਟਲੀ ਕੰਮ ਨਹੀਂ ਕਰ ਰਹੀ। ਦੇਖੋ, ਕੇਂਦਰ 'ਚ ਬੈਠੀ ਭਾਜਪਾ ਦੀ ਸਰਕਾਰ ਮਿਸਯੂਜ਼ ਆਫ ਪਾਵਰ ਕਰਦੀ ਹੈ। ਉਹ ਕਿਤੇ ਚੁਣੀਆਂ ਹੋਈਆਂ, ਸੰਵਿਧਾਨਕ ਤੌਰ ਤੇ ਚੁਣੀਆਂ ਹੋਈਆਂ ਸਰਕਾਰਾਂ ਜਿਹੜੀਆਂ ਕਾਂਗਰਸ ਦੀਆਂ ਕਈ ਜਗ੍ਹਾ ਦੇ ਉੱਤੇ ਸਰਕਾਰ ਨੂੰ ਜਿਹੜਾ ਉਹਨਾਂ ਨੇ ਤੰਗ। ਨਹੀਂ, ਮੈਂ ਪੰਜਾਬ ਦੇ ਉੱਪਰ ਸਟਿਕ ਰਹਿਣਾ ਚਾਹੂੰਗਾ। ਪੰਜਾਬ ਦੇ ਉੱਪਰ, ਪੰਜਾਬ ਤੇ ਆ ਰਿਹਾ। ਪੰਜਾਬ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਮੈਂ ਕੱਲ ਦੀ ਗੱਲ ਦੱਸ ਦਿੰਦਾ। ਕਹਿੰਦੇ ਕਿ ਉਹ ਸਾਧੂ ਸਿੰਘ ਹਮਦਰਦ ਸਾਹਿਬ ਦੇ ਬੇਟੇ ਬਰਜਿੰਦਰ ਸਿੰਘ ਹਮਦਰਦ, ਸਰਦਾਰ ਬਰਜਿੰਦਰ ਸਿੰਘ ਹਮਦਰਦ, ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਮੈਨੂੰ ਇੱਕ ਬੜੇ ਸੀਨੀਅਰ ਅਧਿਕਾਰੀ ਦਾ ਫੋਨ ਆਇਆ ਹੈ ਔਰ ਵਿਜੀਲੈਂਸ ਦਾ ਡਰਾਵਾ ਦੇਣ ਦੀ ਗੱਲ ਕੀਤੀ ਹੈ ਕਿ ਕਿਸ ਕੇਸ ਦੇ ਵਿੱਚ ਕਿ ਉਹ ਜਿਹੜੀ ਕੰਸਟਰਕਸ਼ਨ ਹੋਈ ਜਾਂ ਜਿਹੜਾ ਉਹ ਪ੍ਰੋਜੈਕਟ ਬਣਿਆ ਸੀਗਾ ਜੰਗੇ ਆਜ਼ਾਦੀ ਕਰਤਾਰਪੁਰ ਦੇ ਵਿੱਚ, ਉਹਦੇ ਨਾਲ ਸੰਬੰਧਿਤ। ਭਈ ਚੁੱਪ ਰਹੋ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਲੋਕ ਇਹ ਕਹਿ ਕੇ ਆਏ ਸੀ ਕਿ ਅਸੀਂ ਲੋਕਪਾਲ ਲੈ ਕੇ ਆਵਾਂਗੇ, ਅਸੀਂ ਲੋਕਾਂ ਦੇ ਆਵਾਜ਼ ਬਣਾਂਗੇ, ਅਸੀਂ ਕਰਪਸ਼ਨ ਫ੍ਰੀ ਜਿਹੜਾ ਰਾਜ ਦੇਾਂਗੇ, ਅਸੀਂ ਭੈ ਮੁਕਤ ਰਾਜ ਦੇਾਂਗੇ, ਉਹੋ ਹੀ ਲੋਕ ਜੇਕਰ ਪ੍ਰੈਸ ਨੂੰ ਵੀ ਜੇ ਦਬਾਉਣ ਲੱਗ ਜਾਣ, ਫ੍ਰੀ ਪ੍ਰੈਸ ਦੀ ਜਿਹੜੀ ਅੱਜ ਤੱਕ ਮੈਨੂੰ ਲੱਗਦਾ ਵੀ ਜਾਂ ਤੇ ਭਾਜਪਾ ਨੇ ਫ੍ਰੀ ਪ੍ਰੈਸ ਦਾ ਜਿਹੜਾ ਗਲ ਘੁੱਟਿਆ ਜਾਂ ਫਿਰ ਹੁਣ ਪੰਜਾਬ ਦੇ ਵਿੱਚ ਇਹ ਲੋਕ ਕਰ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਡਰਾਵੇ ਦੀ ਰਾਜਨੀਤੀ। ਠੀਕ ਹੈ, ਮੇਰਾ ਸਵਾਲ ਅਜੇ ਵੀ ਸਟੈਂਡ ਕਰਦਾ। ਤੁਸੀਂ ਸਿੱਧਾ ਕਹੋ ਨਾ ਕਿ ਵਿਜੀਲੈਂਸ ਦੀ ਕਾਰਵਾਈ ਕੁਐਸਚਨ ਮਾਰਕ ਹੈ ਉਸ ਦੇ ਉੱਪਰ। ਨਹੀਂ, ਵੇਖੋ, ਮੈਂ ਤੇ ਇਹ ਕਹਿ ਰਿਹਾ ਕਿ ਡਰਾਵੇ ਦੀ ਰਾਜਨੀਤੀ ਕਰਦੇ ਨੇ। ਠੀਕ ਹੈ, ਮੈਂ ਇਸ ਦੇ ਉੱਪਰ ਜਵਾਬ ਲਵਾਂਗਾ। ਮੈਂ ਇੱਕ ਵਾਰ ਸਭ ਦਾ ਰੁਕ ਕਰਦਾ, ਕਲੇਰ ਸਾਹਿਬ ਦਾ ਰੁਕ ਕਰਦਾ। ਕਲੇਰ ਸਾਹਿਬ, ਵਿਜੀਲੈਂਸ ਦਾ ਐਕਸ਼ਨ ਜੋ ਹੋਇਆ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ, ਸਪੈਸੀਫਿਕਲੀ ਮੈਂ ਉਸ ਟਾਈਮ ਪੀਰੀਅਡ ਦਾ ਜ਼ਿਕਰ ਕਰ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤੁਹਾਨੂੰ ਕਾਰਵਾਈ ਦੇ ਉੱਪਰ ਕੋਈ ਸਵਾਲ ਨਜ਼ਰ ਆਉਂਦੇ ਨੇ? ਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਵਿਜੀਲੈਂਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ? ਗੌਰਵ ਜੀ, ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਲਫ਼ਜ਼ਾਂ ਦੀ ਜਾਂ ਮਰਿਆਦਾ ਤੋਂ ਨੀਚੇ ਗਿਰੇ ਹੋਏ ਲਫ਼ਜ਼ਾਂ ਦੀ ਜਿਹੜੀ ਚੋਣ ਹੈ ਉਹ ਬਹੁਤ ਘਟੀਆ ਚੀਜ਼, ਔਰ ਉਹਨੂੰ ਲੈ ਕੇ ਆਉਣ ਵਾਲੀ ਆਮ ਆਦਮੀ ਪਾਰਟੀ, ਭਗਵੰਤ ਮਾਨ ਸਾਹਿਬ। ਔਰ ਅੱਜ ਸਭ ਤੋਂ ਵੱਧ ਖੇਦ ਇਸ ਗੱਲ ਦਾ ਹੈ
ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਮੁੱਖ ਮੰਤਰੀ ਵਾਂਗੂ ਨਹੀਂ ਗੱਲ ਕਰ ਰਹੇ ਸੀ। ਮੁੱਖ ਮੰਤਰੀ ਤਾਂ ਉੱਥੇ ਵੀ ਜੁਗਨੂ ਹਾਜ਼ਰ ਹੈ ਦੀ ਸਕਿੱਟ ਚੱਲ ਰਹੀ ਸੀ, ਔਰ ਜਿੰਨਾ ਮੈਨੂੰ ਲੱਗਦਾ ਵੀ ਗੰਦੀ ਸ਼ਬਦਾਵਲੀ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਸੀ, ਇੰਨੀ ਅੱਜ ਤੱਕ ਦੇ ਕਿਸੇ ਮੁੱਖ ਮੰਤਰੀ ਦੀ ਨਹੀਂ ਰਹੀ। ਮੁੱਖ ਮੰਤਰੀ ਹੁੰਦੇ ਆ ਸਹਿਨਸ਼ੀਲਤਾ ਨਾਲ ਗੱਲ ਕਰਨ ਵਾਲੇ। ਇੱਕ ਮਿੰਟ ਵਾਲੇ ਸਾਹਿਬ ਆਰਾਮ ਨਾਲ ਸੁਣ ਲਿਓ। ਔਰ ਦੂਸਰੀ ਗੱਲ ਜਿਹੜੀ ਦੇਖੋ ਆਪਾਂ ਵਿਜੀਲੈਂਸ ਦੀ ਗੱਲ ਕਰਦੇ ਆ, ਇਹਦੇ 'ਚ ਕੀ ਦੋ ਰਾਏ ਹੈ ਕਿ ਪੰਜਾਬ ਦੇ ਵਿੱਚ ਵਿਜੀਲੈਂਸ ਦਾ ਸਿਲੈਕਟਿਵ ਯੂਜ਼ ਹੋ ਰਿਹਾ। ਦੇਖੋ ਮੈਨੂੰ ਉਰੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਬੈਠੇ ਨੇ ਇੱਕ ਗੱਲ ਦੱਸ ਦੇਣ ਕਿ ਜਦੋਂ ਵਿਜੇ ਸਿੰਗਲਾ ਨੂੰ ਮੁੱਖ ਮੰਤਰੀ ਕਹਿੰਦੇ ਜੀ ਮੈਂ ਪੈਸੇ ਮੰਗਦੇ ਰੰਗੇ ਹੱਥੀ ਫੜ ਲਿਆ, ਉਹਦੀ ਵੀਡੀਓ ਬਣਾ ਲਈ, ਉਹਦਾ ਕੇਸ ਕਿਉਂ ਨਹੀਂ ਵਿਜੀਲੈਂਸ ਨੂੰ ਦਿੱਤਾ? ਉਹਦਾ ਕੇਸ ਤਾਂ ਆਪਾਂ ਇੱਕ ਆਮ ਜੇ ਥਾਣੇ 'ਚ ਦਰਜ ਕਰਾਇਆ, ਫਿਰ ਉਹ ਵੀਡੀਓ ਵੀ ਗਾਇਬ ਹੋ ਗਈ। ਹਾਈ ਕੋਰਟ ਨੇ ਮੰਗੀ ਕਿ ਐਵੀਡੈਂਸ ਲਿਆਓ, ਇਹ ਕਹਿੰਦੇ ਜੀ ਕੋਈ ਐਵੀਡੈਂਸ ਨਹੀਂ, ਉਹਨਾਂ ਦੀ 1 ਮਹੀਨੇ ਬਾਅਦ ਜ਼ਮਾਨਤ ਹੋ ਗਈ। ਇਹਦੇ ਬਾਰੇ ਕੀ ਕਹਿਣਾ? ਔਰ ਫਿਰ ਅਮਿਤ ਰਤਨ ਦੀ ਜਿੱਥੇ ਗੱਲ ਆਉਂਦੀ ਹੈ, ਦੇਖੋ ਅਮਿਤ ਰਤਨ ਨੂੰ ਪਹਿਲਾਂ ਇਹਨਾਂ ਨੇ ਛੱਡਿਆ ਸਰਕਾਰ ਨੇ, ਸਰਕਾਰ ਦੇ ਅਫੀਸ਼ੀਅਲ ਪੇਜ ਤੇ ਕਦੇ ਐਮਐਲਏ ਦੀ ਬੇਗੁਨਾਹੀ ਦਾ ਸਬੂਤ ਸਰਕਾਰ ਨਹੀਂ ਦਿੰਦੀ, ਐਮਐਲਏ ਪਾਰਟੀ ਦਾ ਹੁੰਦਾ। ਇਹ ਸਰਕਾਰ ਦੇ ਅਫੀਸ਼ੀਅਲ ਪੇਜ ਤੇ ਕਿਹਾ ਕਿ ਜੀ ਨਹੀਂ ਐਮਐਲਏ ਨੇ ਨਹੀਂ ਕੋਈ ਰਿਸ਼ਵਤ ਲਈ, ਉਹ ਤਾਂ ਉਹਦਾ ਇੱਕ ਉਹਦੇ ਨਾਂ ਤੇ ਬੰਦਾ ਮੰਗਦਾ ਸੀ ਜਿਹੜਾ ਉਹਦਾ ਪੀਏ ਵੀ ਨਹੀਂ ਹੈਗਾ। ਸਰਕਾਰ ਐਡਾ ਸਪਸ਼ਟੀਕਰਨ ਦੇ ਰਹੀ ਹੈ। ਫਿਰ ਪਿਛਲੇ ਗੇਟ 'ਚ ਉਹਨੂੰ ਪੁਜਾਰੀ ਹੈ, ਉਹ ਤਾਂ ਜਦੋਂ ਦੁਬਾਰਾ ਕੰਪਲੇਨੈਂਟ ਸਟੈਂਡ ਕਰ ਗਿਆ, ਉਹਨੇ ਆਡੀਓ ਲੀਕ ਕਰਤੀ, ਫਿਰ ਸਰਕਾਰ ਨੂੰ ਮਜਬੂਰੀ 'ਚ ਕਾਰਵਾਈ ਕਰਨੀ ਪਈ ਕਿਉਂਕਿ ਸੈਸ਼ਨ ਆ ਰਿਹਾ। ਤੁਸੀਂ ਕਹਿੰਦੇ ਹੋ ਸਿਲੈਕਟਿਵ ਯੂਜ਼ ਕਰ ਰਹੇ ਹੈ ਵਿਜੀਲੈਂਸ ਦਾ, ਫਿਰ ਸਰਾਰੀ ਕੁਐਸਚਨ ਮਾਰਕ ਹੈ ਨਾ। ਫਿਰ ਸਰਾਰੀ ਸਾਹਿਬ ਦੇਖੋ, ਫਿਰ ਸਰਾਰੀ ਸਾਹਿਬ ਮੈਨੂੰ ਦੱਸ ਦੇਣ ਜੇ ਸਰਾਰੀ ਸਾਹਿਬ ਤੇ ਕੋਈ ਵਿਜੀਲੈਂਸ ਦਾ ਪਰਚਾ ਹੋਇਆ ਹੋਵੇ। ਮੈਂ ਗੱਲ ਕਹਿਣਾ ਕਿ ਵਿਜੀਲੈਂਸ ਅਗਰ ਠੀਕ ਹੈ, ਅਗਰ ਪੰਜਾਬ ਨੂੰ ਕਿਸੇ ਨੇ ਲੁੱਟਿਆ, ਤੁਸੀਂ ਕਹਿੰਦੇ ਹੋ ਕਾਂਗਰਸ ਦੇ ਮੰਤਰੀ ਅਸੀਂ ਅੰਦਰ ਕਰ ਰਹੇ ਹਾਂ, ਜੰਮ ਕੇ ਕਰੋ, ਬਹੁਤ ਚੰਗੀ ਗੱਲ ਹੈ। ਪਰ ਜਦੋਂ ਤੁਹਾਡੇ ਵਾਲੇ ਪਾਸੇ ਨੂੰ ਗੱਲ ਆਉਂਦੀ ਹੈ, ਉੱਥੇ ਵਿਜੀਲੈਂਸ ਦੀ ਜਿਹੜੀ ਐਫੀਸ਼ੀਐਂਸੀ ਹੈ ਕਿਉਂ ਘਟ ਜਾਂਦੀ ਹੈ? ਫਿਰ ਮੈਨੂੰ ਇੱਕ ਗੱਲ ਦੱਸੋ ਜੀ, ਇਹ ਕਿਹੋ ਜੀ ਸਰਕਾਰ ਹੈ ਜਿਹੜੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਜ਼ਮੀਨ ਦਾ ਮੁੱਦਾ ਹੈ ਉਹਦੇ ਤੇ ਕਿਉਂ ਨਹੀਂ ਬੋਲਦੀ? ਜਿਹੜੇ ਤੁਸੀਂ ਕਾਸ਼ਤਕਾਰ ਨੇ ਛੋਟੇ, ਉਹਨਾਂ ਦੇ ਤਾਂ ਕਿੱਲੇ ਛਡਾਉਣ ਤੱਕ ਤੁਹਾਡੇ ਮੰਤਰੀ ਕੁਲਦੀਪ ਧਾਲੀਵਾਲ ਭੱਜੇ ਫਿਰਦੇ ਨੇ, ਐਡਾ ਕੱਟ ਕਰਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਹੀਂ ਛਡਾਉਂਦੇ। ਫਿਰ ਸਿੰਚੇਵਾਲ ਸਾਹਿਬ ਕੋਲੇ 23 ਕਿੱਲੇ ਜ਼ਮੀਨ ਹੈ, ਉਹ ਤੁਸੀਂ ਰਾਜ ਸਭਾ ਮੈਂਬਰ ਬਣਾਏ, ਤੁਸੀਂ ਉਹ ਨਹੀਂ ਛਡਾਉਂਦੇ। ਦੇਖੋ ਇਹ ਮੁੱਦਿਆਂ ਦੇ ਜਵਾਬ ਦੇਣੇ। ਠੀਕ ਹੈ, ਚਲੋ ਆਪਾਂ ਜਵਾਬ ਦੇ ਲਈਏ। ਪੰਜਾਬ ਦੀ ਰਾਜਨੀਤੀ ਦੇ ਵਿੱਚ ਮੈਂ ਕਹਿੰਦਾ ਕਿ ਕਾਰਵਾਈ ਕਰੋ, ਪਰ ਇੱਕ ਤਾਂ ਮੁੱਖ ਮੰਤਰੀ ਸਾਹਿਬ ਆਪਣੀ ਸ਼ਬਦਾਵਲੀ ਨੂੰ ਠੀਕ ਕਰਨ। ਦੇਖੋ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹੜੇ ਵਰਡ ਤੇ ਤੁਹਾਡੀ ਪ੍ਰੋਬਲਮ ਹੋ ਗਈ? ਅਗਰੈਸਿਵ ਸੀ, ਅਗਰੈਸ਼ਨ ਦੇ ਉੱਤੇ ਪ੍ਰੋਬਲਮ ਹੋ ਗਈ। ਨਹੀਂ ਮੈਂ ਇਹ ਗੱਲ ਕਹਿੰਦਾ ਕਿ ਮੁੱਖ ਮੰਤਰੀ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਸ ਤਰੀਕੇ ਦੀ ਪਹਿਲਾਂ ਕਰਦੇ ਸੀ ਸਟੇਜਾਂ ਤੇ ਚੜ ਕੇ ਵਿਰੋਧੀਆਂ ਨੂੰ ਗੰਦੇ ਨਾਵਾਂ ਨਾਲ ਬੁਲਾਉਣਾ, ਉਹੀ ਕੁਝ ਅੱਜ ਵਿਧਾਨ ਸਭਾ 'ਚ ਕੀਤਾ। ਔਰ ਦੂਜਾ ਵਿਜੀਲੈਂਸ ਦਾ ਸਿਲੈਕਟਿਵ ਸੋਈ ਸਾਹਿਬ ਥੋੜੇ 10 ਸੈਕਿੰਡ ਵੇਟ ਕਰਿਓ, ਜਵਾਬ ਜ਼ਰੂਰੀ ਹੈ। ਔਰ ਇੱਕ ਗੌਰਵ ਜੀ ਲਾਸਟ ਜੀ ਕਰਪਸ਼ਨ ਦੇ ਵਿੱਚ ਅੱਜ ਫਸਿਆ ਕੌਣ ਹੈ? ਫਸਿਆ ਕੌਣ ਹੈ? ਮਨੀਸ਼ ਸਿਸੋਦੀਆ, ਡਿਪਟੀ ਸੀਐਮ, ਜਿਹਨੂੰ ਲਿਆ ਕੇ ਉਹਦੇ ਪ੍ਰਚਾਰ ਦੇ ਸੀ। ਫਿਰ ਕੌਣ ਫਸਿਆ? ਸਤਿੰਦਰ ਜੈਨ, ਅੱਜ ਤੱਕ ਬੇਲਾ ਨਹੀਂ ਹੋਈਆਂ, ਜੇਲ੍ਹ 'ਚ ਬੈਠੇ ਨੇ। ਔਰ ਤੁਸੀਂ ਦੇਖੋਗੇ ਇਹ ਤਾਂ ਅਰਵਿੰਦ ਕੇਜਰੀਵਾਲ ਨੇ ਆਪ ਮੰਨਿਆ ਨਾ ਕਿ ਜਿਹੜੀ ਪਾਲਿਸੀ ਸਾਡੀ ਦਿੱਲੀ 'ਚ ਬੈਨ ਕੀਤੀ, ਉਹ ਪੰਜਾਬ 'ਚ ਇਟ ਇਜ਼ ਡੂਇੰਗ ਵੰਡਰਸ। ਠੀਕ ਹੈ, ਕੇਜਰੀਵਾਲ ਵਾਲੀ ਜਦੋਂ ਰਿਐਕਸ਼ਨ ਜੋ ਫਸ ਗਏ ਨਹੀਂ, ਦੇਖੋ ਸਰ ਗੱਲ ਇਹ ਨਾ ਕਿ ਕੋਈ ਇੱਕ ਜਗ੍ਹਾ ਕਿਸੇ ਦੇ ਉੱਤੇ ਕਾਰਵਾਈ ਹੋ ਗਈ ਜਾਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਦੂਜੇ ਪਾਸੇ ਕਾਰਵਾਈ ਨਾ ਹੋਵੇ, ਇਹ ਵੀ ਤਾਂ ਦੋਵੇਂ ਚੀਜ਼ਾਂ ਆਪਸ 'ਚ ਮੈਚ ਨਹੀਂ ਕਰਦੀਆਂ। ਆਲੂਵਾਲੀਆ ਛੋਟੀ ਸਟੇਟਮੈਂਟ ਮੈਂ ਸੋਈ ਸਾਹਿਬ ਦਾ, ਉਸ ਤੋਂ ਬਾਅਦ ਰੁਕ ਕਰਨਾ। ਦੇਖੋ ਸਭ ਤੋਂ ਪਹਿਲਾਂ ਸਿਲੈਕਟਿਵ ਯੂਜ਼ ਦਾ ਇਸਤੇਮਾਲ ਕੀਤਾ ਉਹਨਾਂ ਨੇ, ਵਰਡ ਦਾ ਸਿਲੈਕਟਿਵ ਯੂਜ਼ ਕਿ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰ ਰਹੇ ਹੋ ਕਿ ਆਪਣੇ ਵਾਲੇ ਵਾਸਤੇ ਵੱਖਰੀ ਤੁਹਾਡੀ ਲਾਈਨ ਆਫ ਐਕਸ਼ਨ ਹੈ ਤੇ ਦੂਜੇ ਵਾਲਿਆਂ ਵਾਸਤੇ ਵਿਜੀਲੈਂਸ ਵੱਖਰੇ ਤਰੀਕੇ ਨਾਲ ਕੰਮ ਕਰਦੀ ਹੈ। ਵਿਜੀਲੈਂਸ ਦਾ ਡਿਪਾਰਟਮੈਂਟ ਅੱਜ ਤੱਕ, ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ, ਉਸ ਤੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਰਹੀ, ਅੱਜ ਤੱਕ ਇਹਨਾਂ ਨੇ ਕਿੰਨੇ ਕੇਸਿਸ ਵਿਜੀਲੈਂਸ ਡਿਪਾਰਟਮੈਂਟ ਨੇ ਕਿਸੇ ਦੇ ਉੱਤੇ ਕੀਤੇ? ਇਹਨਾਂ ਨੇ ਕਿਉਂ ਵਿਜੀਲੈਂਸ ਡਿਪਾਰਟਮੈਂਟ ਨੂੰ ਇੰਨਾ ਦੱਬ ਕੇ ਰੱਖਿਆ? ਕੀ ਰੀਜ਼ਨ ਸੀਗਾ? ਅਸੀਂ ਤਾਂ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਹੈ। ਜੇ ਤੁਸੀਂ ਕਰਪਸ਼ਨ ਕੀਤੀ ਹੈ, ਟਾਈਮ ਆਇਆ ਆਪਣਾ ਦੱਸੋ। ਤੁਸੀਂ ਜੇ ਤੁਸੀਂ ਬੇਗੁਨਾਹ ਹੋ ਗਏ ਛੁੱਟ ਜਾਓਗੇ। ਜਿਹੜੀ ਗੱਲ ਬਾਰ-ਬਾਰ ਕਰਦੇ ਨੇ ਡਿਪਟੀ ਸੀਐਮ ਇਦਾਂ ਹੈ, ਮਨੀਸ਼ ਸਿਸੋਦੀਆ ਜੀ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਪੂਰੇ ਦੇਸ਼ ਦੇ ਅੰਦਰ। ਜੇ ਦੇਸ਼ ਦੀ ਕੋਈ ਐਜੂਕੇਸ਼ਨ ਦੀ ਗੱਲ ਕਰਦੇ ਤੇ ਮਨੀਸ਼ ਸਿਸੋਦੀਆ ਜੀ ਦਾ ਐਗਜ਼ਾਮਪਲ ਦਿੱਤਾ ਜਾਂਦਾ, ਸਤਿੰਦਰ ਜੈਨ ਜੀ ਦਾ ਐਗਜ਼ਾਮਪਲ ਦਿੱਤਾ ਜਾਂਦਾ। ਬਹੁਤ ਵਧੀਆ ਐਗਜ਼ਾਮਪਲ ਦਿੱਤਾ ਜਾਂਦਾ ਜੀ। ਪੰਜਾਬ ਦੀ ਇੱਕ ਦੇਖੋ, ਜਦ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਕਾਂਗਰਸ ਨੂੰ ਘਟਾਲੇ ਚ ਫੜਿਆ ਜਾਂਦਾ, ਕਾਂਗਰਸ ਦਾ ਇੰਨਾ ਬੁਰਾ ਹਾਲ ਹੈ। ਨਹੀਂ ਪਲੀਜ਼ ਮੈਂ ਦੋ ਚੀਜ਼ਾਂ ਕਹਿ ਰਿਹਾ, ਜਿਹੜੀ ਹੈ ਨਹੀਂ, ਇੱਕ ਤਾਂ ਪੁਆਇੰਟ ਤੇ ਰਹੀਏ ਆਪਾਂ, ਪੰਜਾਬ ਤੇ ਰਹੀਏ, ਪੰਜਾਬ ਦੇ ਬਹੁਤ ਸਾਰੇ ਗੰਭੀਰ ਮੁੱਦੇ ਹੈਗੇ ਨੇ, ਇੱਕ ਇੱਕ ਕਰਕੇ ਬੋਲੀਏ। ਐਕਚੁਅਲੀ ਥੋੜਾ ਜਿਹਾ ਵੇਟ ਕਰਿਓ, ਥੋੜਾ ਜਿਹਾ ਵੇਟ ਕਰਿਓ। ਕਾਂਗਰਸ ਨੂੰ ਤਕਲੀਫ ਇੱਕੋ ਹੈ ਕਿ ਕੁਝ ਤੇ ਜਿਹੜੇ ਐਮਐਲਏ ਇਹਨਾਂ ਦੇ ਹਾਰੇ ਸੀਗੇ, ਜਿਨ੍ਹਾਂ ਨੂੰ ਉੱਤੇ ਇਨਕੁਆਇਰੀ ਹੋਣੀ ਸੀਗੀ, ਉਹ ਭੱਜ ਕੇ ਬੀਜੇਪੀ ਚ ਚਲੇ ਗਏ। ਹੁਣ ਕਾਲੋ ਸਾਹਿਬ ਕਹਿੰਦੇ ਆ ਨਹੀਂ ਆਮ ਆਦਮੀ ਪਾਰਟੀ ਇਦਾਂ ਨਹੀਂ ਇਦਾਂ। ਇਹਨਾਂ ਨੂੰ ਤਕਲੀਫ ਤਾਂ ਬੀਜੇਪੀ ਨਾਲ ਹੈ, ਬੀਜੇਪੀ ਨਾਲ ਤਕਲੀਫ ਹੈ ਕਿ ਸਾਰੇ ਬੰਦੇ ਤੇ ਆਪਣੇ ਬੀਜੇਪੀ ਚ ਭੇਜਤੇ। ਹੁਣ ਕਾਲੋ ਸਾਹਿਬ ਜਿਹੜੀ ਗੱਲ ਹੈ ਮੁੱਦੇ ਦੀ, ਉਹ ਸਭ ਤੋਂ ਇੰਪੋਰਟੈਂਟ ਇਹ ਹੈਗੀ ਹੈ ਕਿ ਬਾਜਵਾ ਸਾਹਿਬ ਨੂੰ ਕੀ ਤਕਲੀਫ ਹੈ।
क्या ठीक है, थोड़ा कैप्टन जिਹਾ अमरिंਦਰ ਦੱਸ ਸਿੰਘ ਨੇ ਦਿਓ। ਜਦ ਠੀਕ ਕਰੋ कैप्टन ਸਾਹਿਬ। लास्ट गल ਜੀ। कैप्टन अमरिंਦਰ ਸਿੰਘ ਨੇ ਜਦ ਜਾ ਕੇ ਦੱਸਿਆ ਕਿ ਮੇਰੇ ਇੰਨੇ ਅਲਾਦੀਨ ਤੇ 40 ਚੋਰ ਵਾਲੀ ਗੱਲ ਸੋਨੀਆ ਗਾਂਧੀ ਨੂੰ ਵੀ ਇੰਨੇ ਮਿਨਿਸਟਰਸ ਮੇਰੇ ਕਰਪਟ ਹੈ, ਤਦ ਚੁੱਪ ਕਿਉਂ ਰਹੇ ਸੋਨੀਆ ਗਾਂਧੀ? ਬਾਅਦ ਚ ਕਿਉਂ ਇਹ ਗੱਲਾਂ ਕਰਦੇ ਕਿ ਰਹੇ? ਉਸ ਸਮੇਂ ਹੁਣ ਅੱਜ ਇਸ ਗੱਲ ਦਾ CM ਜਵਾਬ ਜ਼ਿਕਰ ਕਰ ਰਹੇ ਸੀ। ਦਿੰਦੇ। ਕਾਲੋ ਸਾਹਿਬ ਥੋੜਾ ਜਿਹਾ ਵੇਟ ਕਰਿਓ, ਇੱਕ ਵਾਰੀ ਮੈਂ ਸੋਈ ਸਾਹਿਬ ਦਾ ਰੁਕ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਇਨਫੈਕਟ ਉਹਨਾਂ ਦਾ ਫਸਟ ਰਿਐਕਸ਼ਨ ਵੀ ਲੈਣਾ ਹੈ। ਵਿਜੀਲੈਂਸ ਦੀ ਕਾਰਵਾਈ ਦੇ ਉੱਤੇ ਸੋਈ ਸਾਹਿਬ ਬਹੁਤ ਸਾਰੇ ਕਿੰਤੂ ਪਰੰਤੂ ਨੇ, ਤੇ ਚਰਚਾ ਜਦੋਂ ਛੁੱਟੀ ਤਾਂ ਫਿਰ ਬੀਜੇਪੀ ਕੇਂਦਰ ਦੀ ਸਰਕਾਰ ਦੇ ਉੱਤੇ ਵੀ ਕੁਐਸਚਨ ਮਾਰਕ ਆ ਗਿਆ ਕਿ ਉਹ ਏਜੰਸੀਆਂ ਦਾ ਜਿਵੇਂ ਇਸਤੇਮਾਲ ਕਰ ਰਹੇ ਨੇ, ਉਹ ਵੀ ਕੁਝ ਉਸ ਤਰੀਕੇ ਨਾਲ ਹੈ ਜਿਵੇਂ ਪੰਜਾਬ 'ਚ ਇਲਜ਼ਾਮ ਲੱਗ ਰਹੇ ਨੇ। ਤਾਂ ਲੱਗਦਾ ਹੈ ਕਿ ਵਿਜੀਲੈਂਸ ਦੀ ਕਾਰਵਾਈ ਕਟਹਿਰੇ 'ਚ ਹੈ। ਦੇਖੋ, ਸੰਨੀ ਆਹਲੂਵਾਲੀਆ ਜੀ ਨੇ ਕਿਹਾ ਕਿ ਮੈਂ ਨਾ ਖਾਊਂਗਾ ਨਾ ਖਾਣੇ ਦੂੰਗਾ। ਚਲੋ ਕੁਝ ਤੇ ਚੰਗਾ ਇਹਨਾਂ ਨੇ ਸਿੱਖਿਆ ਹੈ ਬੀਜੇਪੀ ਕੋਲੋਂ ਕਿ ਸਾਡੀ ਬੀਜੇਪੀ ਦੀ ਸ਼ੁਰੂ ਤੋਂ ਫਿਲਾਸਫੀ ਰਹੀ ਹੈ ਕਿ ਵੀ ਹੈਵ ਜ਼ੀਰੋ ਟੋਲਰੈਂਸ ਫॉर ਕਰਪਸ਼ਨ। ਲੇਕਿਨ ਮੈਂ ਸੰਨੀ ਆਹਲੂਵਾਲੀਆ ਜੀ ਨੂੰ ਦੱਸਣਾ ਚਾਹੁੰਦਾ, ਸੈਕਿੰਡ ਫਲੋਰ ਤੇ ਭਗਵੰਤ ਮਾਨ ਹੁਣੀ ਬੈਠਦੇ ਨੇ ਐਜ਼ ਏ ਮੁੱਖ ਮੰਤਰੀ, ਤੇ ਤੀਜੇ ਫਲੋਰ ਤੇ ਤੁਹਾਡੇ ਹੈਲਥ ਮਿਨਿਸਟਰ ਬੈਠਦੇ ਸੀ ਸਿੰਗਲਾ ਸਾਹਿਬ। ਉਹਨਾਂ ਦੀਆਂ ਕਹਿੰਦੇ ਵੀਡੀਓ ਵੀ ਇਹਨਾਂ ਨੇ ਰਿਕਾਰਡ ਕਰ ਲਈਆਂ, ਉਹਨਾਂ ਕੋਲ ਮਾਫੀ ਵੀ ਮੰਗਾ ਲਈ, ਆਪਣੇ ਦਫ਼ਤਰ 'ਚ ਮੰਗਾ ਕੇ ਅਸਤੀਫਾ ਵੀ ਮੰਗ ਲਿਆ, ਲੇਕਿਨ ਨਿਕਾਲਿਆ ਕੁਝ ਵੀ ਨਹੀਂ। ਤੁਹਾਡਾ ਦੂਜਾ ਮਿਨਿਸਟਰ ਫੌਜਾ ਸਿੰਘ ਸਰਾਰੀ, ਜਿਹਦੇ ਕੋਲੋਂ ਤੁਸੀਂ ਨਾ ਕੁਝ ਮੰਗਿਆ ਨਾ ਕੁਝ ਦੱਸਿਆ, ਉਹ ਸਾਰਾ ਵੀਡੀਓ ਵੀਡੀਓ ਰਿਕਾਰਡ ਹੋਈ, ਸਾਰਾ ਕੁਝ ਰਿਕਾਰਡ ਹੋਇਆ ਤੇ ਕੀਤਾ ਕਰਾਇਆ, ਫਿਰ ਕੱਖ ਨਹੀਂ। ਤੀਜਾ ਤੁਸੀਂ ਐਮਐਲਏ ਸਾਹਿਬ ਜਿਹੜੇ ਤੁਹਾਡੇ ਫੜੇ ਗਏ ਉੱਥੋਂ, ਉਹਨਾਂ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਤੇ ਹੁਣ ਆਹਲੂਵਾਲੀਆ ਸਾਹਿਬ ਪੰਜਾਬ ਦੇ ਆ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਇਸ ਨੈਕ ਡੀਪ ਇਨਟੂ ਕਰਪਸ਼ਨ। ਤੁਸੀਂ 53 ਕਾਂਗਰਸੀ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ, ਜਿਨ੍ਹਾਂ ਚੋਂ ਐਮਐਲਏ ਬਣ ਗਏ। ਤੁਸੀਂ ਉਦੋਂ ਜਦੋਂ ਕਾਂਗਰਸ 'ਚ ਸੀਗੇ, ਉਦੋਂ ਅਲੀ ਬਾਬਾ 40 ਚੋਰ ਸੀ, ਤੇ ਉਸ ਤੋਂ ਬਾਅਦ ਜਿਹੜੇ ਸਾਰੇ ਦੁੱਧ ਦੇ ਧੋਤੇ ਹੋ ਗਏ ਤੁਹਾਡੇ ਕੋਲ ਆ ਕੇ। ਦੇਖੋ, ਵੀ ਸਪੋਰਟ ਵਿਜੀਲੈਂਸ, ਜੋ ਵਿਜੀਲੈਂਸ ਚੰਗੇ ਕਰਪਟ ਆਦਮੀ ਹੈਗਾ ਉਹਨੂੰ ਹੱਥ ਪਾਉਂਦੀ ਹੈ, ਤੇ ਵੀ ਫੁੱਲੀ ਸਪੋਰਟਡ। ਲੇਕਿਨ ਤੁਹਾਨੂੰ ਕਈ ਗੱਲਾਂ ਦਾ ਜਵਾਬ ਵਿਧਾਨ ਸਭਾ 'ਚ ਦੇਣਾ ਪੈਣਾ ਹੈ। ਤੁਹਾਨੂੰ ਵਿਧਾਨ ਸਭਾ, ਜਿੱਦਾਂ ਸਾਡੇ ਅਸ਼ਵਨੀ ਸ਼ਰਮਾ ਜੀ ਨੇ ਚਿੱਠੀ ਲਿਖੀ ਹੈ ਕਿ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਬੁਰੀ ਹੋ ਗਈ ਹੈ, ਤੁਹਾਨੂੰ ਉਹਦੇ ਬਾਰੇ ਲੋਕਾਂ ਨੂੰ ਦੱਸਣਾ ਪੈਣਾ ਹੈ ਕਿ ਪੰਜਾਬ ਦਾ ਕਿੰਨਾ ਬੁਰਾ ਹਾਲ ਹੋ ਗਿਆ ਹੈ। ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਪੰਜਾਬ ਦਾ ਮਾਹੌਲ ਖਰਾਬ ਹੈ। ਅੱਜ ਸੀਐਮ ਸਾਹਿਬ ਨੂੰ ਜੇ ਕੋਈ ਗਵਰਨਰ ਸਾਹਿਬ ਸਵਾਲ ਪੁੱਛਦੇ ਨੇ ਤੇ ਸੀਐਮ ਸਾਹਿਬ ਜਵਾਬ ਦੇਣਾ ਪਸੰਦ ਨਹੀਂ ਕਰਦੇ। ਅੱਜ ਜੇ ਸੀਐਮ ਸਾਹਿਬ ਨੂੰ ਕੋਈ ਆਰਟੀਆਈ ਦੇ ਸਵਾਲ ਪੁੱਛਦੇ ਨੇ ਤੇ ਸੀਐਮ ਸਾਹਿਬ ਜਵਾਬ ਦੇਣਾ ਪਸੰਦ ਨਹੀਂ ਕਰਦੇ। ਮੈਂ ਸੋਈ ਸਾਹਿਬ ਬਿਲਕੁਲ ਲੋਕਾਂ ਨੂੰ ਦਿਓਗੇ ਤੇ ਸਹੀ। ਕੀ ਆ ਬੰਦੇ ਐਮਐਲਏ ਗੂੰਗੇ ਬਹਿਰੇ ਨੇ, ਇਹਨਾਂ ਨੂੰ ਲੋਕਾਂ ਦੀ ਆਵਾਜ਼ ਪੰਜਾਬ ਤੋਂ ਸੁਣ ਨਹੀਂ ਰਹੀ। ਅੱਜ ਤੁਸੀਂ ਰੇਤ ਮਾਫੀਆ ਦੀ ਗੱਲ ਕਰ ਲਓ। ਮੈਂ ਬਿਲਕੁਲ ਫਿਰ ਦੁਬਾਰਾ ਪੁਆਇੰਟ ਤੇ ਆ ਜਾਵਾਂ ਸਰ, ਮੈਂ ਤਾਂ ਸਿੱਧਾ ਵਿਜੀਲੈਂਸ ਨੂੰ ਲੈ ਕੇ ਸਵਾਲ ਪੁੱਛ ਰਿਹਾ ਹਾਂ। ਤੁਹਾਨੂੰ ਲੱਗਦਾ ਕਿ ਵਿਜੀਲੈਂਸ ਦੀ ਕਾਰਵਾਈ ਕੁਐਸਚਨ ਮਾਰਕ ਹੈ ਉਸ ਦੇ ਉੱਪਰ? ਦੇਖੋ, ਕਾਂਗਰਸ ਸਵਾਲ ਚੁੱਕ ਰਹੀ ਹੈ, ਬੀਜੇਪੀ ਦੱਸੇ ਕਿ ਬੀਜੇਪੀ ਨੂੰ ਲੱਗਦਾ ਇਹ ਨਹੀਂ, ਕਿਉਂਕਿ ਕਾਂਗਰਸ ਦੇ ਇਸ ਸਮੇਂ ਜਿਹੜੇ ਸਾਬਕਾ ਮੰਤਰੀ ਵਿਧਾਇਕ ਰਹੇ ਨੇ ਉਹਨਾਂ ਦੇ ਉੱਤੇ ਸਭ ਤੋਂ ਵੱਧ ਐਕਸ਼ਨ ਨਜ਼ਰ ਆ ਰਿਹਾ ਫਿਲਹਾਲ। ਗੌਰਵ ਜੀ, ਸਾਡੀ ਫਿਲਾਸਫੀ ਰਹੀ ਹੈ ਜ਼ੀਰੋ ਟੋਲਰੈਂਸ ਫॉर ਕਰਪਸ਼ਨ। ਜੇ ਕੋਈ ਕਰਪਸ਼ਨ 'ਚ ਬੰਦਾ ਹੈਗਾ, ਉਹ ਤਾਂ ਕਹਿ ਰਹੇ ਨੇ, ਕਹਿੰਦੇ ਤੁਹਾਡੇ ਵਾਲੇ ਪਾਸੇ ਜਾ ਰਹੇ ਨੇ ਕਿ ਸ਼ਾਇਦ ਬਚ ਜਾਈਏ। ਆਮ ਆਦਮੀ ਪਾਰਟੀ ਇਲਜ਼ਾਮ ਲਗਾਉਂਦੀ ਹੈ ਕਿ ਤੁਹਾਡੇ ਵਾਲੇ ਪਾਸੇ ਚਲੇ ਗਏ ਬੀਜੇਪੀ 'ਚ, ਕਾਂਗਰਸ ਤੋਂ ਬਹੁਤ ਸਾਰੇ ਕਿ ਸ਼ਾਇਦ ਬਚ ਜਾਈਏ। ਅਸੀਂ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਕਿ ਉਹ ਕਰਪਸ਼ਨ ਫ੍ਰੀ ਨੇ। ਜੇ ਕੋਈ ਬੰਦਾ ਕਰਪਸ਼ਨ ਤੋਂ ਇਨਵੋਲਡ ਹੈਗਾ, ਜੇ ਕੋਈ ਉਹਦੇ ਡੀਡਸ ਏਦਾਂ ਦੀਆਂ ਰਹੀਆਂ ਨੇ, ਉਹ ਕਰਪਸ਼ਨ 'ਚ ਇਨਵੋਲਡ ਹੈਗਾ, ਇਹਨਾਂ ਕੋਲ ਉਹਦੇ ਬਾਰੇ ਤੱਥ ਹੈਗੇ ਨੇ, ਇਹਨਾਂ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ। ਦੇ ਆਰ ਫ੍ਰੀ ਟੂ ਡੂ ਇਟ ਐਂਡ ਦੇ ਆਰ ਡੂਇੰਗ ਇਟ। ਜੇ ਸ਼ਾਮ ਸੁੰਦਰ ਅਰੋੜਾ ਜੀ ਬੀਜੇਪੀ 'ਚ ਆਏ ਸੀਗੇ, ਇਹਨਾਂ ਨੇ ਕੋਈ ਵਿਜੀਲੈਂਸ ਦੇ ਉਹਨੂੰ ਟ੍ਰੈਪ ਲਗਾ ਕੇ ਫੜਿਆ ਤਾਂ ਜਿਸ ਤਰ੍ਹਾਂ ਵੀ ਫੜਿਆ, ਲੇਕਿਨ ਅੱਜ ਤੁਹਾਨੂੰ ਜਵਾਬਦੇਹੀ ਤੁਹਾਡੇ 92 ਐਮਐਲਏ ਦੀ ਹੈ। ਤੁਸੀਂ ਆਪਣੇ ਆਪ ਨੂੰ ਪਾਸ ਸਾਫ ਨਹੀਂ ਕਰੋ ਜੀ। ਲੈਟ ਮੀ ਪਲੀਜ਼ ਕੰਪਲੀਟ ਕਰੋ। ਆਪਣੇ ਆਪ ਨੂੰ ਪਾਸ ਸਾਫ ਪ੍ਰੂਫ ਕਰਨਾ ਪੈਣਾ ਹੈ, ਕਿਉਂਕਿ ਗਵਰਨੈਂਸ ਤੁਸੀਂ ਚਲਾ ਰਹੇ ਹੋ। 40,000 ਕਰੋੜ ਰੁਪਇਆ ਤੁਸੀਂ ਕਰਪਸ਼ਨ ਫ੍ਰੀ ਕਰਕੇ ਪੰਜਾਬ ਦਾ ਕਮਾਣਾ ਸੀਗਾ, ਕਿੱਥੇ ਆ ਉਹ 40,000? 5 ਸਾਲਾਂ ਦਾ ਹੋਗਾ। ਚਲੋ ਆਪਾਂ ਜਵਾਬ ਲੈ ਲਈਏ ਸਰ, ਬਹੁਤ ਸਾਰੇ ਪੁਆਇੰਟਸ ਤੁਹਾਡੇ ਹੋ ਗਏ, ਜਵਾਬ ਲੈ ਲਈਏ, ਪਰ ਉਸ ਤੋਂ ਪਹਿਲਾਂ ਕਾਲੋ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਡਾਕਟਰ ਸਾਹਿਬ ਇਕੱਠਾ ਜਵਾਬ ਦਿਓ ਤੁਸੀਂ, ਆਹਲੂਵਾਲੀਆ ਜੀ। ਗੌਰਵ, ਮੈਂ ਤਾਂ ਇਹੋ ਪੁੱਛਣਾ ਸੀਗਾ ਇਹਨਾਂ ਨੂੰ ਕਿ ਇਹ ਸਾਡੇ ਉੱਤੇ ਇਲਜ਼ਾਮ ਤਰਾਸ਼ੀ ਕਰ ਰਹੇ ਨੇ ਕਿ ਜੀ ਅਸੀਂ ਉਹ ਬੀਜੇਪੀ 'ਚ ਚਲੇ ਗਏ। ਮੈਂ ਕਹਿੰਦਾ ਇਹ ਜਰਾ ਆਪਣੇ ਘਰ ਵੱਲ ਵੀ ਝਾਤੀ ਮਾਰ ਕੇ ਵੇਖ ਲੈਣ ਕਿ ਕਿੰਨੇ ਇਹਨਾਂ ਦੇ ਉਹ ਜਿਹੜੇ 92 ਗੂੰਗੇ ਨੇ, ਉਹਨਾਂ 'ਚੋਂ ਕਿੰਨੇ ਗੂੰਗੇ ਕਾਂਗਰਸ 'ਚ ਉਧਰ ਗਏ ਹੋਏ ਨੇ। ਪਹਿਲੀ ਗੱਲ। ਦੂਸਰੀ ਗੱਲ, ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਤੀਰਾ ਹੈ ਨਾ ਅੱਜ ਜਿਹੜਾ ਹਾਊਸ ਦੇ ਅੰਦਰ, ਉਹ ਇਸ ਤਰ੍ਹਾਂ ਸੀ ਕਿ ਅਜੇ ਉਹ ਕਹਿੰਦੇ ਨਾ ਕਿ ਸਟੇਜ ਔਰ ਸਟੇਟ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਉਹ ਅਜੇ ਵੀ ਆਪਣੇ ਆਪ ਨੂੰ ਸਟੇਜ ਤੇ ਖੜੇ ਮਹਿਸੂਸ ਕਰਦੇ ਨੇ। ਉਹਨਾਂ ਨੂੰ ਅਜੇ ਤੱਕ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੋਇਆ। ਜ਼ਿੰਮੇਵਾਰੀ ਦਾ ਅਹਿਸਾਸ ਕਿਉਂ ਨਹੀਂ ਹੋਇਆ? ਸੂਬਾ ਜਿਹੜਾ ਹੈ ਉਹ ਬੁਰੇ ਹਾਲਾਤਾਂ 'ਚ ਹੈ। ਇਹ ਹਾਲਾਤ ਇਹ ਨੇ ਕਿ ਕਦੀ ਥਾਣਿਆਂ ਤੇ ਕਬਜ਼ੇ ਹੋ ਰਹੇ ਨੇ,
ਸ਼ਰੇਆਮ ਕਿਸੇ ਦੇ ਹੱਥ ਗੁੱਟ ਵੱਢੇ ਜਾ ਰਹੇ ਨੇ, ਸ਼ਰੇਆਮ ਜਿਹੜਾ ਫਰੌਤੀ ਦੀਆਂ ਕਾਲਾਂ ਆ ਰਹੀਆਂ ਨੇ, ਇੱਥੋਂ ਤੱਕ ਕਿ ਜੇਲ੍ਹ ਦੇ ਅੰਦਰ ਵੀਡੀਓ ਬਣ ਰਹੇ ਨੇ, ਉਹ ਕਤਲ ਹੋ ਰਿਹਾ ਹੈ, ਇੱਕ ਗੈਂਗਵਾਰ ਹੋ ਰਹੀ ਹੈ ਅੰਦਰ, ਇੱਕ ਗੈਂਗ ਦੂਜੇ ਗੈਂਗ ਨੂੰ ਮਾਰ ਕੇ ਵੀਡੀਓ ਬਣਾ ਰਿਹਾ, ਔਰ ਕਿੱਥੋਂ ਦੀ ਗੱਲ ਹੈ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਹੈ। ਔਰ ਇਹਨਾਂ ਨੇ ਕੀ ਕੀਤਾ, ਕਹਿੰਦੇ ਜੀ ਅਸੀਂ ਜਿਹੜਾ ਅਸੀਂ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਾਂ। ਉੱਥੇ ਜਾ ਕੇ 18,000 CRPF ਦੇ ਜਵਾਨ ਲੈ ਕੇ ਪੰਜਾਬ ਚ ਆ ਗਏ ਨੇ, ਅਜੇ ਕਹਿੰਦੇ ਨੇ ਹਾਲਾਤ ਠੀਕ ਨੇ, ਪਰ ਪਹਿਲਾਂ ਹੀ ਗੋਡਿਆਂ ਭਾਰ ਹੋ ਗਏ, ਸਮੇਂ ਨਾਲ ਚਾਹੁੰਦੇ ਹੋਣਗੇ। ਨਹੀਂ ਕਾਲੋ ਸਾਹਿਬ, ਨਹੀਂ ਦੋ ਪੈਰਲਲ ਚੀਜ਼ਾਂ ਨੇ ਨਾ। ਹੁਣ ਜੇਲ੍ਹ ਦੇ ਵਿੱਚ ਹੋਇਆ ਤਾਂ ਵਿਜੀਲੈਂਸ ਕਾਰਵਾਈ ਕਰੇ ਕਿ ਨਾ ਕਰੇ? ਮੇਰੀ ਗੱਲ ਸੁਣੋ, ਜੇ ਜੇਲ੍ਹ ਦੇ ਵਿੱਚ ਕੁਝ ਹੋ ਗਿਆ ਤਾਂ ਵਿਜੀਲੈਂਸ ਕਾਰਵਾਈ ਨਾ ਕਰੇ? ਨਹੀਂ ਗੌਰਵ, ਮੈਨੂੰ ਗੱਲ ਕੰਪਲੀਟ ਕਰਨ ਦਿਓ, ਪਲੀਜ਼ ਕੰਪਲੀਟ ਕਰਨ ਦਿਓ ਮੈਨੂੰ ਗੱਲ। ਜੇ ਇਹ ਹਾਲਾਤ ਬਣੇ ਕਿਉਂ ਬਣੇ? ਇਸ ਲਈ ਕਿਉਂਕਿ ਸੂਬੇ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਕਹਿ ਤੇ ਰਿਹਾ ਕਿ ਮੈਨੂੰ 3 ਕਰੋੜ ਲੋਕਾਂ ਤੇ ਮੇਰੀ ਨਜ਼ਰ ਹੈ, ਇਸ਼ਾਰੇ ਵੀ ਐ ਕਰਦਾ ਦਿਖ ਰਿਹਾ ਹਾਊਸ ਦੇ ਅੰਦਰ ਫਿਲਮੀ ਸਟਾਈਲ ਦੇ ਨਾਲ, ਪਰ ਅਸਲ ਮਾਇਨੇ ਦੇ ਵਿੱਚ ਉਹ ਵਾਕਿਆ ਹੀ ਇੱਕ ਸਿਲੈਕਟਿਵ ਤਰੀਕੇ ਦੇ ਨਾਲ ਕਾਰਵਾਈ ਕਰ ਰਿਹਾ। ਉਹਨੂੰ ਇਹ ਨਹੀਂ ਦਿਖ ਰਿਹਾ, ਮੈਨੂੰ ਨਹੀਂ ਪਤਾ ਕਿ ਕੰਟਰੋਲ ਕੌਣ ਕਰ ਰਿਹਾ, ਮੈਨੂੰ ਨਹੀਂ ਪਤਾ ਕਮਾਂਡ CM ਸਾਹਿਬ ਨੂੰ ਕੌਣ ਕਰ ਰਿਹਾ, ਪਰ ਜਵਾਬਦੇਹੀ ਅੰਤਰ ਠੀਕ ਹੈ ਆਮ ਆਦਮੀ ਪਾਰਟੀ ਹੈ। ਠੀਕ ਹੈ ਸਨੀ, ਇਹ ਬਣਨੀ ਹੈ ਭਗਵੰਤ ਮਾਨ ਹੋਣਾ। ਠੀਕ ਹੈ, ਆਲੂ ਵਾਲੀ ਜਿਹੜੀ ਪਾਰਟੀ ਦੇ 11 ਮਿਨਿਸਟਰਸ ਦੇ ਉੱਤੇ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੈ, ਉਹ ਚੀਕਾਂ ਮਾਰੀ ਜਾਂਦੀ ਹੈ। ਜੇ ਕਹਿੰਦੇ ਨੇ ਬਾਜਵਾ, ਹੋਰ ਕੀ ਕਰ ਰਹੇ ਹੋ ਅੱਜ ਤੁਸੀਂ? ਕੀਤਾ ਕੀ? ਜਿਹੜੇ ਬਾਜਵਾ ਸਾਹਿਬ ਦਾ ਨਾਮ ਲੈਂਦੇ ਵਾਰ-ਵਾਰ, ਸਾਹਿਬ ਨੇ ਬਾਜਵਾ ਸਾਹਿਬ ਕੋਲ ਤਾਂ ਕੋਈ ਲੇਜ਼ਰ ਪੋਸਟ ਨਹੀਂ ਸੀ, ਇਹਨਾਂ ਆਪਣਾ 30 ਸੈਕਿੰਡ ਤੁਹਾਡੇ ਕੋਲ ਪਲੀਜ਼, ਥੋੜੇ ਟਾਈਮ ਦੇ ਕੀ ਕਰਕੇ ਆਪਾਂ ਗੱਲ ਰੱਖੀ। ਕਾਲੋ ਸਾਹਿਬ ਵੱਡੇ ਲੁਟੇਰੇ ਨੇ, ਪਲੀਜ਼ ਥੋੜੇ ਵੇਟ ਕਰੋ, ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ ਨਾ। ਅਰੋੜਾ ਉਹ ਸਵੇਰ ਤੱਕ BJP ਸੀਗਾ, ਔਰ ਸ਼ਾਮ ਨੂੰ ਆ ਕੇ ਉਹ ਤੁਹਾਡਾ ਜਿਹੜਾ MP ਬਣ ਜਾਂਦਾ ਹੈ, ਉਹ ਤੁਹਾਡਾ ਦਿੱਲੀ ਵਾਲਾ ਇੱਕ ਸੁਸ਼ੀਲ ਮਿੱਤਲ ਹੈ। ਠੀਕ ਹੈ ਕਾਲੋ ਸਾਹਿਬ, ਥੋੜੇ ਦੇਖੋ ਆਪਣਾ ਟਾਈਮ ਦੇ ਵਿੱਚ ਜੀ ਇਹ ਸੁਣ ਨਹੀਂ ਸਕਦੇ। ਮੈਂ ਉਹੀ ਕਹਿ ਰਿਹਾ ਕਿ ਤਕਰਾਰ ਇਲਜ਼ਾਮ ਦਾ ਮਾਨ ਸਾਹਿਬ ਦੇਖੋ ਡਿਬੇਟ ਇਸ ਤਰੀਕੇ ਨਾਲ ਹੀ ਹੁੰਦੀ ਹੈ ਕਿ ਆਪੋ ਆਪਣੇ ਟਾਈਮ ਦੇ ਵਿੱਚ ਬੋਲਦੇ ਰਹੀਏ। ਜਿਹੜੇ ਪੰਜਾਬ ਦੀ ਹਿਸਟਰੀ ਦੇ ਅੰਦਰ ਸਭ ਤੋਂ ਜ਼ਿਆਦਾ ਇਮਾਨਦਾਰ ਨੇ ਭਗਵੰਤ ਮਾਨ ਜੀ। ਸਮਾਂ ਤਾਂ ਦੱਸੇਗਾ ਅਸੀਂ ਤਾਂ ਕਹਿ ਰਹੇ ਉਹ ਇੱਕ ਇਹੋ ਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਸਾਡੇ MLA ਨੇ ਕੁਝ ਕੀਤਾ ਜਾਂ ਸਾਡੇ ਮੰਤਰੀ ਨੇ ਕੁਝ ਕੀਤਾ, ਉਹ ਕਾਰਵਾਈ ਕੀਤੀ। ਤੁਸੀਂ ਆਪਣਾ ਐਗਜ਼ਾਮਪਲ ਦਿਓ। ਤੁਹਾਡਾ ਤੇ ਚੀਫ ਮਿਨਿਸਟਰ ਗਿਆ ਸੀ ਸੋਨੀਆ ਗਾਂਧੀ ਕੋਲ, ਕਮਾਂਡ ਦਾ ਤੁਸੀਂ ਲੈਂਦੇ ਸੀਗੇ ਉੱਥੇ ਜਾ ਕੇ ਕਹਿ ਜੀ ਇਹ ਫਾਈਲ ਹੋਈ ਹੈ, ਇੱਕ ਵੀ ਬੰਦਾ ਨਹੀਂ ਫੜਿਆ ਗਿਆ। 40 ਤੁਹਾਡੇ ਮੰਤਰੀ MLA ਦੇ ਖਿਲਾਫ ਸੀਗਾ, ਇੱਕ ਵੀ ਬੰਦਾ ਨਹੀਂ ਫੜਿਆ ਗਿਆ। ਥੋੜੇ ਵੇਟ ਕਰੋ, ਸਾਰੇ ਮਹਿਮਾਨ ਆਪਣੇ ਨਾਲ ਜੁੜੇ ਹੋਏ ਮੈਂ ਰਿਕਵੈਸਟ ਕਰ ਰਿਹਾ, ਇੱਕ ਕਰਕੇ ਲੋਕਾਂ ਨੂੰ ਸਮਝ ਆਏਗੀ ਗੱਲ, ਇਸ ਤਰੀਕੇ ਨਾਲ ਪਤਾ ਨਹੀਂ ਲੱਗ ਪਾਏਗਾ। ਤੁਸੀਂ ਕਾਹਦੀ ਗੱਲਾਂ ਕਰਦੇ ਹੋ? ਤੁਹਾਡੇ ਵਾਲਾ ਵੀ ਜਾਣ। ਚਲੋ ਥੋੜੇ ਵੇਟ ਕਰੋ, ਆਲੂ ਵਾਲੀ ਜੀ, ਕਾਲੋ ਸਾਹਿਬ ਦੋਵੇਂ ਵੇਟ ਕਰੋ ਸਰ, ਦੋਵੇਂ ਵੇਟ ਕਰੋ, ਪਾਣੀ ਪੀਓ ਅੱਗੇ, ਪਾਣੀ ਪੀਓ। ਹਾਂ ਠੀਕ ਹੈ, ਕੁਝ ਉੱਜੜ ਗਿਆ BJP ਕਾਂਗਰਸ ਦਾ, ਪਰ ਆਕੜ ਨਹੀਂ ਗਈ ਇਹਨਾਂ ਦੀ। ਚਲੋ ਥੋੜੇ ਵੇਟ ਕਰੋ ਚਲਾ ਗਿਆ 11 ਮੰਤਰੀ ਦੇ ਉੱਤੇ ਵਿਜੀਲੈਂਸ ਦਾ ਸਾਰੀ ਕਾਰਵਾਈ ਚੱਲਦੀ ਪਈ ਹੈ। ਅੱਧੇ ਇਹਨਾਂ ਦੇ MLA ਜਿਹੜੇ ਐਕਸ MLA ਸੀਗੇ, ਬਲਬੀਰ ਸਿੱਧੂ, ਬਾਜਵਾ ਸਾਹਿਬ ਦੀ ਗੱਲਾਂ ਕਰਦੇ ਹੋ। ਬਾਜਵਾ ਸਾਹਿਬ ਦਾ ਤਾਂ ਆਪਣਾ ਭਰਾ ਭੇਜਤਾ BJP ਚ, ਐਂ ਨਾ ਚਲੇ ਜਾਣ। ਉਹਨਾਂ ਨੇ ਵਿਚਾਲੇ ਨਹੀਂ ਬੋਲੇ ਹੋ, ਪਲੀਜ਼। ਮੈਨੇ ਪ੍ਰੋਬਲਮ ਤੇ ਤੁਹਾਡੇ ਦਿਲ ਨੂੰ ਆਈ ਹੋਈ ਹੈ, ਇਸ ਤਰ੍ਹਾਂ ਨਹੀਂ, ਨਹੀਂ ਦੇਖੋ ਥੋੜੇ ਵੇਟ ਕਰੋ, ਥੋੜੀ ਵੇਟ ਕਰੋ ਸਰ ਪਲੀਜ਼। ਮੈਂ ਦੱਸਦਾ ਨਹੀਂ ਐਵੇਂ ਦੇਖੋ ਕਾਲੋ ਸਾਹਿਬ, ਗੱਲ ਇਹ ਹੈ ਨਾ ਕਿ ਫਿਰ ਕੰਪਲੀਟ ਨਹੀਂ ਹੋ ਪਾਏਗੀ। ਬਾਕੀ ਸਾਰੇ ਮਹਿਮਾਨ ਜੁੜੇ ਹੋਏ ਨੇ, ਉਹ ਵੀ ਆਪਣਾ ਟਾਈਮ ਕੱਢ ਕੇ ਆਏ ਹੋਏ ਨੇ, ਆਪਾਂ ਨੂੰ ਥੋੜੀ ਰਿਸਪੈਕਟ ਸਭ ਦੀ ਕਰਨੀ ਪਏਗੀ ਨਾ, ਤਾਂ ਹੀ ਗੱਲ ਹੋਏਗੀ। ਚਲੋ ਠੀਕ ਹੈ, 10 ਸੈਕਿੰਡਸ ਲਓ ਤੁਸੀਂ। ਵਨ ਸਾਈਡਡ ਨਾ ਕਰੋ। ਵੇਖੋ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ, ਕਿਹੜੀ ਚੀਜ਼ ਦਾ ਲਾਉਂਦੇ ਨੇ ਬਈ? ਜਿਹੜਾ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਕਿਸੇ ਚੀਜ਼ ਦੇ ਵਿੱਚ ਇਨਵੋਲਵ ਸੀ, ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ? ਕਰੋ, ਅਸੀਂ ਕਦੋਂ ਮਨਾ ਕਰ ਰਹੇ ਹਾਂ? 11 MLA ਅੰਦਰ ਚਲੇ ਗਏ ਤੁਹਾਡੇ, ਹੋਰ ਵੀ ਜੇ ਕੋਈ ਲੱਗ ਜਾਣਗੇ ਤਾਂ ਸਮਾਂ ਦੱਸੇਗਾ, ਉਹ ਵੀ ਜਾਣਗੇ, ਇਹ ਸਮਾਂ ਦੱਸੇਗਾ। ਇਹ ਦੇਣ ਵਾਲਿਆਂ ਗੱਲ ਤਾਂ ਹੋਈ ਹੈ ਕਿ ਕਾਨੂੰਨ ਦੇ ਮੁਤਾਬਿਕ ਜੇ ਤੁਸੀਂ ਸਾਨੂੰ ਸਦਨ ਦੇ ਅੰਦਰ ਮਿਲੋਗੇ। ਚਲੋ ਥੋੜਾ ਜਿਹਾ ਵੇਟ ਕਰੋ ਸਰ ਪਲੀਜ਼, ਥੋੜਾ ਜਿਹਾ ਵੇਟ ਕਰੋ। ਇੱਕ ਮੁੱਖ ਮੰਤਰੀ ਸਾਹਿਬ ਆਲੂ ਵਾਲੀ ਜੀ, ਥੋੜਾ ਜਿਹਾ ਵੇਟ ਕਰੋ, ਨਹੀਂ ਦੇਖੋ ਮੇਰੇ ਨਾਲ ਗੱਲ ਨਹੀਂ ਹੋ ਪਾਏਗੀ ਨਾ। ਸੱਚ ਬੋਲਿਆ, ਠੀਕ ਹੈ ਕਲੇਰ ਸਾਹਿਬ, ਕਲੇਰ ਜੀ ਤੁਹਾਡੇ ਚੋਂ ਵੀ ਕੋਈ ਨਹੀਂ, ਠੀਕ ਹੈ ਤੁਹਾਡੇ ਚੋਂ ਵੀ ਕੋਈ ਨਹੀਂ। ਕਲੇਰ ਜੀ, ਇਹ ਬੜੇ ਚੈਲੰਜ ਹੋ ਰਹੇ ਨੇ, ਇਹਨੂੰ ਅਕਾਲੀ ਦਲ ਕਿਵੇਂ ਦੇਖਦਾ ਹੈ? ਤੁਹਾਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਅਸਰ ਹੋਏਗਾ? ਔਰ ਖਾਸ ਤੌਰ ਤੇ ਵਿਜੀਲੈਂਸ ਤੇ ਦੇਖੋ, ਇੱਕ ਪੁਆਇੰਟ ਇਹ ਵੀ ਹੈ ਕਿ ਜਦੋਂ ਵਿਜੀਲੈਂਸ ਜਾਂ ਵਿਜੀਲੈਂਸ ਦੇ ਅਫਸਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਦੇ ਉੱਤੇ ਵੀ ਇੱਕ ਇੰਪ੍ਰੈਸ਼ਨ ਤਾਂ ਜਾ ਰਿਹਾ ਹੈ ਕਿ ਸਦਨ ਦੇ ਅੰਦਰ ਕੀ ਗੱਲ ਹੋ ਰਹੀ ਹੈ, ਮੇਨ ਆਪੋਜੀਸ਼ਨ ਲੀਡਰ ਕੀ ਬੋਲ ਰਹੇ ਨੇ, CM ਕਿਸ ਤਰੀਕੇ ਨਾਲ ਗੱਲ ਕਰ ਰਹੇ ਨੇ। ਇਹ ਤੁਹਾਨੂੰ ਲੱਗਦਾ ਕਿ ਇੰਪੈਕਟ ਪੂਰੀ ਜਾਂਚ ਦੇ ਉੱਤੇ ਜਾਂ ਇਹਨਾਂ ਦੇ ਚੈਲੰਜ ਜਿਹੜੇ ਹੈਗੇ ਉਸ ਦਾ ਕੋਈ ਅਸਰ ਨਜ਼ਰ ਆ ਸਕਦਾ? ਗੌਰਵ ਜੀ ਦੇਖੋ, ਪੰਜਾਬ ਦੀ ਤਰਾਸਦੀ ਹੈ ਕਿ ਅੱਜ ਵਿਧਾਨ ਸਭਾ ਦੇ ਵਿੱਚ ਜਿੱਥੇ ਲੋਕਾਂ ਦੇ ਮੁੱਦੇ ਡਿਸਕਸ ਹੋਣੇ ਸੀ, ਉੱਥੇ ਜਿਹੜੀ ਸਾਰੀ ਕਾਰਵਾਈ ਹੈ ਉਹ ਵਿਜੀਲੈਂਸ ਦਾ ਜਿਹੜਾ ਐਕਸ਼ਨ ਹੈ ਉਹਦੇ ਤੇ ਸਿਮਟ ਗਈ। ਮੈਂ ਅੱਜ ਸਨੀ ਆਲੂਵਾਲੀਆ ਸਾਹਿਬ ਸਰਕਾਰ ਦੇ ਵਿੱਚ ਨੇ, ਇਹ ਕੁਝ ਚੀਜ਼ਾਂ ਦੇ ਜਵਾਬ ਤਾਂ ਇਹਨਾਂ ਨੂੰ ਲੋਕਾਂ ਨੂੰ ਦੇਣੇ ਪੈਣਗੇ।
ਦੇਖੋ ਅੱਜ ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਤੇ ਸਵਾਲੀਆ ਨਿਸ਼ਾਨ, ਉਹਦਾ ਜਵਾਬ ਕਿਹਨੇ ਦੇਣਾ? ਸਰਕਾਰ ਨੇ ਦੇਣਾ। ਅਗਰ ਉਰੇ ਫਰੌਤੀਆਂ ਲਈ ਕਤਲ ਹੋ ਰਹੇ ਨੇ, ਖਿਡਾਰੀਆਂ ਦੇ, ਵਪਾਰੀਆਂ ਦੇ, ਸਿੱਧੂ ਮੂਸੇਵਾਲੇ ਦਾ ਕਤਲ, ਤਾਂ ਸਰਕਾਰ ਨੂੰ ਜਵਾਬ ਦੇਣਾ ਪਊਗਾ। ਅਗਰ ਉਹਦੇ ਕਾਤਲ ਜਿਹੜੇ ਫੜੇ ਦਿੱਲੀ ਪੁਲਿਸ ਨੇ, ਪਹਿਲਾਂ ਪੰਜਾਬ ਪੁਲਿਸ ਨੇ ਤਾਂ ਫੜੇ ਹੀ ਨਹੀਂ, ਫੜੇ ਦਿੱਲੀ ਪੁਲਿਸ ਨੇ ਤੇ ਗੋਇੰਦਵਾਲ ਜੇਲ੍ਹ ਦੇ ਵਿੱਚ ਇੱਕ ਸਾਜ਼ਿਸ਼ ਤਹਿਤ ਕਤਲ ਹੋ ਗਿਆ, ਉਹ ਕਿੰਨੇ ਰਾਤ ਉਹਦੇ ਨਾਲ ਹੀ ਦਫਨ ਹੋ ਗਏ। ਔਰ ਡਿਪਾਰਟਮੈਂਟ ਕਿਹਦਾ? ਮੁੱਖ ਮੰਤਰੀ ਦਾ। ਜਵਾਬਦੇਹੀ ਕਿਹਦੀ ਹੈ? ਮੁੱਖ ਮੰਤਰੀ ਦੀ। ਔਰ ਪੰਜਾਬ ਦੇ ਇਹੋ ਜਿਹੇ ਹਾਲਾਤ ਹੋਣ ਤੇ ਆਪਾਂ ਵਿਜੀਲੈਂਸ ਰਾਹੀਂ ਧਮਕਾ ਕਿਹਨੂੰ ਰਹੇ ਆ? ਪੰਜਾਬ ਦੀ ਇੱਕ ਆਜ਼ਾਦ ਤੇ ਨਿਰਪੱਖ ਆਵਾਜ਼ ਅਜੀਤ ਅਖਬਾਰ ਦੇ ਜਿਹੜੇ ਐਡੀਟਰ ਇਨ ਚੀਫ ਹੈ ਹਮਦਰਦ ਸਾਹਿਬ, ਮੈਨੂੰ ਲੱਗਦਾ ਵੀ ਪੱਤਰਕਾਰਤਾ ਦੇ ਵਿੱਚ ਜੇ ਸਭ ਤੋਂ ਕੋਈ ਰਿਸਪੈਕਟੇਬਲ ਨਾਮ ਨੇ ਚੰਦ, ਉਹਨਾਂ ਚ ਹਮਦਰਦ ਸਾਹਿਬ ਦਾ ਨਾਮ ਹੈ, ਤੇ ਉਹ ਕਹਿੰਦੇ ਕਿ ਵਿਜੀਲੈਂਸ ਮੈਨੂੰ ਧਮਕਾ ਰਹੀ ਹੈ। ਇਹ ਤੋਂ ਸ਼ਰਮਸਾਰ ਗੱਲ ਪੰਜਾਬ ਦੇ ਲਈ ਕੀ ਹੋ ਸਕਦੀ ਹੈ? ਇਹ ਜਵਾਬ ਦੇਣਾ ਪਊਗਾ ਸਰਕਾਰ ਨੂੰ। ਤੁਸੀਂ ਗੱਲ ਕਰੋ ਲੋਕਾਂ ਦੇ ਮੁੱਦਿਆਂ ਦੀ, ਤੁਸੀਂ ਡਿਵੈਲਪਮੈਂਟ ਦੀ ਗੱਲ, ਉਹ ਗੱਲ ਅੱਜ ਕੋਈ ਨਹੀਂ ਹੋਈ। ਗੱਲ ਵਿਜੀਲੈਂਸ ਦੇ ਐਕਸ਼ਨ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸਿਲੈਕਟਿਵ ਐਕਸ਼ਨ ਹੋ ਰਿਹਾ ਪੰਜਾਬ ਦੇ ਵਿੱਚ। ਸਾਹਿਬ ਤੁਹਾਨੂੰ ਲੱਗਦਾ ਹੈ ਕਿ ਵਿਜੀਲੈਂਸ ਵਾਲਾ ਐਕਸ਼ਨ, ਕਿਉਂਕਿ ਪੈਰਲਲ ਚੀਜ਼ਾਂ ਚੱਲਦੀਆਂ ਨੇ ਨਾ, ਇੱਕ ਪਾਸੇ ਕੋਈ ਜੇਲ੍ਹ ਵਾਲਾ ਘਟਨਾਕ੍ਰਮ ਹੋ ਗਿਆ ਜਾਂ ਕੋਈ ਹੋਰ ਅਜਨਾਲੇ ਵਾਲੀ ਘਟਨਾਕ੍ਰਮ ਹੋ ਗਿਆ, ਠੀਕ ਹੈ ਉਹ ਹੋਈਆਂ, ਉਸ ਦੇ ਉੱਪਰ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਜੇ ਵਿਜੀਲੈਂਸ ਦਾ ਕੋਈ ਐਕਸ਼ਨ ਹੈ ਕਰਪਸ਼ਨ ਦੇ ਖਿਲਾਫ, ਉਹ ਤਾਂ ਪੈਰਲਲ ਚੱਲਦੀ ਰਹਿਣੀ ਹੈ। ਗੌਰਵ ਜੀ, ਕਿ ਵਿਜੀਲੈਂਸ ਦੀ ਗੱਲ ਨਾ ਹੋਵੇ, ਐਕਸ਼ਨ ਦੀ ਗੱਲ ਨਾ ਹੋਵੇ। ਗੌਰਵ ਜੀ, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਦੇਖੋ ਸਰਕਾਰਾਂ ਅੱਗੇ ਵੀ ਬਣਦੀਆਂ ਨੇ, ਵਿਜੀਲੈਂਸ ਅੱਗੇ ਵੀ ਹੈ, ਪਰਚੇ ਅੱਗੇ ਵੀ ਹੋਏ ਨੇ, ਵੱਡੇ ਵੱਡੇ ਨੇਤਾ ਅੱਗੇ ਵੀ ਜੇਲ੍ਹ ਗਏ ਨੇ, ਪਰ ਉਹ ਕਾਰਵਾਈਆਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਜੇ ਕਿਸੇ ਨੇ ਪੰਜਾਬ ਨੂੰ ਲੁੱਟਿਆ ਉਹਨੂੰ ਜੇਲ੍ਹ ਜਾਣਾ ਚਾਹੀਦਾ, ਪਰ ਗੱਲ ਤਾਂ ਨਾਲੇ ਵੀ ਦੱਸਣੀ ਪਊਗੀ ਕਿ ਇੱਕ ਪਾਸੇ ਤਾਂ ਸਾਡੀ ਸਰਕਾਰ ਕਰ ਰਹੀ ਹੈ ਇਨਵੈਸਟਰ ਸਮਿਟ, ਦੂਜੇ ਪਾਸੇ ਇਹਨਾਂ ਦੇ ਥਾਣੇ ਦੇ ਉੱਤੇ ਕਬਜ਼ਾ ਹੋ ਰਿਹਾ ਪੈਰਲਲ। ਇੱਕ MOU ਸਾਈਨ ਹੋਵੇ ਤਾਂ ਦੱਸ ਦਿਓ, ਫਿਰ ਬਾਅਦ ਦੇ ਵਿੱਚ ਇਹ ਤਾਂ ਢੀਠਪੁਣੇ ਦੀ ਹੱਦ ਹੋ ਗਈ, ਕਹਿੰਦੇ ਜੀ ਅਸੀਂ MOU ਨਹੀਂ ਸਾਈਨ ਕਰਨਾ ਸੀ, ਅਸੀਂ ਤਾਂ ਕਿਹਾ ਡਾਇਰੈਕਟ ਇਨਵੈਸਟਮੈਂਟ ਕਰੋ। ਇਹ ਕਿਹੜਾ ਤਰੀਕਾ ਹੈ? ਅਗਰ ਕੋਈ ਬਾਹਰੋਂ ਇਨਵੈਸਟਮੈਂਟ ਆਊਗੀ, MOU ਤਾਂ ਮਸਟ ਹੈ, ਉਹ ਤਾਂ ਹੋਊਗਾ ਹੀ ਹੋਊਗਾ, ਤਾਂ ਹੀ ਪਤਾ ਲੱਗੂਗਾ ਕਿ ਸਰਕਾਰ ਨਾਲ ਕੀ ਸ਼ਰਤਾਂ ਦੇ ਤਹਿਤ ਹੋ ਰਿਹਾ। ਸੋ ਇਹ ਜਿਹੜਾ ਅਜਨਾਲੇ ਵਾਲੀ ਘਟਨਾ ਹੋਈ ਹੈ, ਤੁਹਾਡੇ ਪੁਲਿਸ ਮੁਲਾਜ਼ਮਾਂ ਦੇ 17 ਟਾਂਕੇ ਲੱਗੇ ਨੇ। ਚਲੋ ਮੈਂ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਮੰਨ ਲਾਂ, ਮੁੱਖ ਮੰਤਰੀ ਕਹਿੰਦੇ ਜੀ ਪਾਲਕੀ ਸਾਹਿਬ ਆ ਰਹੀ ਸੀ, ਪੁਲਿਸ ਪਿੱਛੇ ਹਟ ਗਈ। ਚਲੋ ਜੇ ਇਹ ਵੀ ਮੰਨ ਲਈਏ 1 ਸੈਕਿੰਡ ਲਈਏ, ਤਾਂ ਅੱਜ 12 ਦਿਨ ਬੀਤ ਕੇ ਦੱਸੋ ਜੇ ਇੱਕ ਵੀ ਪਰਚਾ ਹੋਇਆ ਹੋਵੇ, ਜਾਂ ਤਾਂ ਡਿਨਾਈ ਕਰ ਦੋ ਵੀ ਥਾਣੇ ਤੇ ਕਬਜ਼ਾ ਨਹੀਂ ਹੋਇਆ, ਡਿਨਾਈ ਕਰ ਦੋ ਪੁਲਿਸ ਵਾਲਿਆਂ ਦੇ ਸੱਟਾਂ ਨਹੀਂ ਵੱਜੀਆਂ, ਡਿਨਾਈ ਕਰ ਦੋ ਕਿ ਤੁਸੀਂ ਉਹਦਾ ਬੰਦਾ, ਠੀਕ ਹੈ ਚਲੋ ਆਪਾਂ ਜਵਾਬ ਲੈ ਲਈਏ, ਤੇ ਫਿਰ ਕਾਰਵਾਈ ਕਿਉਂ ਨਹੀਂ ਹੋਈ ਇਹ ਵੀ ਦੱਸ ਦੋ। ਮੈਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਚਰਚਾ ਨਹੀਂ ਹੋ ਰਹੀ, ਚਰਚਾ ਵਿਜੀਲੈਂਸ ਦੇ ਉੱਤੇ ਸਿਮਟ ਰਹੀ ਹੈ। ਇਹ ਪੰਜਾਬ ਦੇ ਲੋਕਾਂ ਦੇ ਲਈ ਇੱਕ ਧੋਖਾ ਹੈ। ਔਰ ਦੂਸਰੀ ਗੱਲ ਦਾ ਇੱਕ ਜਵਾਬ ਦੇਣਾ ਪਊ, ਜੋ ਅੱਜ ਉੱਥੇ ਸਦਨ ਦੇ ਵਿੱਚ ਬਾਜਵਾ ਸਾਹਿਬ ਨੇ ਇਲਜ਼ਾਮ ਲਾਇਆ, ਉਹ ਕਹਿੰਦੇ ਤੁਸੀਂ ਕਾਂਗਰਸ ਦੇ MP ਤੇ ਤਾਂ ਇਲਜ਼ਾਮ ਲਾ ਰਹੇ ਹੋ, ਤੇ ਕਾਂਗਰਸ ਦਾ MP ਦੇ ਭਰਾ ਨੂੰ ਤੁਸੀਂ SSP ਲਾ ਕੇ ਮੋਟੀਆਂ ਪੋਸਟਾਂ ਦੇ ਰਹੇ ਹੋ। ਇਹ ਫਿਰ ਜਿਹੜੀ ਘਿਓ ਖਿਚੜੀ ਰਲੇ ਹੋਏ ਨੇ, ਇਹਦਾ ਵੀ ਜਵਾਬ ਸਰਕਾਰ ਨੂੰ ਦੇਣਾ ਪਊ। ਇਹਦਾ ਲੀਡਰ ਆਫ ਆਪੋਜੀਸ਼ਨ ਨੇ ਸਦਨ ਦੇ ਵਿੱਚ ਕਿਹਾ, ਇਹਦਾ ਜਵਾਬ ਦਿਓ ਕੌਣ? ਆਲੂਵਾਲੀਆ ਜੀ, ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਇਹ ਕਹਿੰਦੇ ਸਬਮਿਟ ਹੋ ਰਹੀ ਸੀ, ਉਹਦੇ ਪਿੱਛੇ ਪਲੈਨਿੰਗ ਕਿਹਦੀ ਸੀਗੀ? ਭਗਵੰਤ ਸਿੰਘ ਮਾਨ ਡੋਰ ਟੂ ਡੋਰ ਜਾ ਕੇ ਜਿਵੇਂ ਕੰਪੇਨਿੰਗ ਕਰੀ ਦੀ ਹੈ, ਉਵੇਂ ਜਾ ਕੇ ਸਾਰੀ ਸਟੇਟਸ 'ਚ ਗਿਆ, ਇੰਨੀ ਇਨਵੈਸਟਮੈਂਟ ਲੈ ਕੇ ਆਇਆ। ਪਰ ਕੌਣ ਚਾਹੁੰਦਾ ਹੈ ਕਿ ਪੰਜਾਬ 'ਚ ਇਨਵੈਸਟਮੈਂਟ ਨਾ ਹੋਏ? ਅਕਾਲੀ ਦਲ ਚਾਹੁੰਦੀ ਹੈ, ਕਾਂਗਰਸ ਚਾਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ? ਇਹਨਾਂ ਨੂੰ ਪ੍ਰੋਬਲਮ ਕੀ ਹੈ? ਅਗਰ ਕੋਈ ਇਨਵੈਸਟ ਕਰਨਾ ਚਾਹੁੰਦਾ ਹੈ ਪੰਜਾਬ 'ਚ, ਇਹਨਾਂ ਨੂੰ ਤਕਲੀਫ ਕੀ ਹੁੰਦੀ ਹੈ? ਬਾਰ-ਬਾਰ ਗੱਲ ਕਰਾਂਗੇ ਲਾਅ ਐਂਡ ਆਰਡਰ, ਇਹਨਾਂ ਦੇ ਟਾਈਮ ਦੇ ਉੱਤੇ ਲਾਅ ਐਂਡ ਆਰਡਰ ਦਾ ਇੰਨਾ ਬੁਰਾ ਹਾਲ ਸੀ ਅਕਾਲੀ ਦਲ ਦੇ ਟਾਈਮ ਦੇ ਉੱਤੇ, ਸਾਰੇ ਜਿੰਨੇ ਗੈਂਗਸਟਰਸ ਮਾਫੀਆ ਪੈਦਾ ਕੀਤੇ ਉਹ ਅਕਾਲੀ ਦਲ ਨੇ ਕੀਤੇ, ਔਰ ਆਪਣੇ ਪਰਸਨਲ ਰੀਜ਼ਨਸ ਕਰਕੇ ਕੀਤੇ। ਜਿਹੜਾ ਪੰਜਾਬ ਦਾ ਹਾਲ ਇਹਨਾਂ ਨੇ ਤਦ ਕੀਤਾ, ਉਸ ਤੋਂ ਬਾਅਦ ਕਾਂਗਰਸ ਨੇ ਕੀਤਾ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਜਿਵੇਂ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋ। ਤੁਹਾਨੂੰ ਤਕਲੀਫ ਇੱਕੋ ਹੀ ਹੈ ਕਿ ਕਿਉਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ, ਜਿਹਦਾ ਬੈਕਗ੍ਰਾਉਂਡ ਨਹੀਂ ਸੀਗਾ। ਅਸੀਂ ਲੋਕ ਇੰਨੀਆਂ ਪਾਵਰਾਂ ਯੂਜ਼ ਕਰਦੇ ਰਹੇ, ਇੰਨੇ ਪੈਸੇ ਯੂਜ਼ ਕਰਦੇ ਰਹੇ। ਅੱਜ ਲਾਅ ਐਂਡ ਆਰਡਰ ਦੇਣੇ ਪੈਣਗੇ ਪੰਜਾਬ ਦੇ ਲੋਕਾਂ ਦੇ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਬੈਟਰ ਹੋਈ ਹੈ, ਅਸੀਂ ਨਹੀਂ ਕਹਿ ਰਹੇ। ਇਹਨਾਂ ਨੂੰ ਤਕਲੀਫ, ਇਹਨਾਂ ਨੂੰ ਦੋਨਾਂ ਨੂੰ ਤਕਲੀਫ ਤਾਂ ਹੋਣੀ ਹੈ। ਮੈਂ ਉਹ ਲੋਕ ਤਾਂ ਚਾਹੁੰਦੇ ਹੀ ਨਹੀਂ, ਇਹ ਲੋਕ ਤਾਂ ਚਾਹੁੰਦੇ ਹੀ ਨਹੀਂ। ਆਲਰੇਡੀ ਅਜਨਾਲਾ ਇਨਸੀਡੈਂਟ ਤੋਂ ਬਾਅਦ 3-4 ਦਿਨ ਆਪਾਂ ਡਿਬੇਟ ਉਸ ਦੇ ਉੱਤੇ ਕਰ ਚੁੱਕੇ ਹਾਂ। ਵਿਜੀਲੈਂਸ ਦੀ ਬਾਰ-ਬਾਰ ਇਹਨਾਂ ਨੂੰ ਤਕਲੀਫ ਕੀ ਹੈ? ਵਿਜੀਲੈਂਸ ਜੇ ਕੋਈ ਇਨਕੁਆਇਰੀ ਕਰ ਰਹੀ ਹੈ, ਅਸੀਂ ਤਾਂ ਕਹਿ ਰਹੇ ਹਾਂ ਸਾਡੇ ਕੋਲ ਨਾਮ ਨੇ ਤੁਹਾਡੇ MLAs ਦੇ ਜਿਹੜੇ ਫੜੇ ਗਏ ਇਰੀਗੇਸ਼ਨ ਸਕੈਮ 'ਚ ਅਕਾਲੀ ਦਲ ਨੇ ਫਾਈਨ ਕਰਕੇ ਸਵਾਲ ਕਰਦਾ। ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਤੁਸੀਂ ਪੈਰਲਰ ਜਿਹੜੀ ਦੂਜੇ ਪਾਸੇ ਐਕਸ਼ਨ ਕਰ ਰਹੇ ਹੋ ਆਪਣਿਆਂ ਦੇ ਉੱਤੇ, ਉਹ ਵਿਜੀਲੈਂਸ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ ਜਿਵੇਂ ਕਾਂਗਰਸ ਯਹਾਂ ਪਰ ਕਰ ਰਹੀ ਹੈ। ਕਾਂਗਰਸ ਨੂੰ ਪੁੱਛੋ, ਜਦ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਆਪਣਾ ਕਿਹੜਾ MLA ਫੜਿਆ? ਇਹ ਇਹਨਾਂ ਦੇ MLA ਸੀਗੇ ਸਾਰੇ। ਅਕਾਲੀ ਦਲ ਦੀ ਸਰਕਾਰ ਸੀ, ਇਹਨਾਂ ਨੇ ਕਿਹੜਾ MLA ਫੜ ਲਿਆ? ਇਹਨਾਂ ਨੂੰ ਪੁੱਛੋ ਜਵਾਬ, ਇਹਨਾਂ ਨੂੰ ਦੱਸੋ ਕਿਹੜਾ ਇਹ ਜਵਾਬ। ਸੋਈ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ, ਕਲੇਰ ਜੀ ਬਹੁਤ ਛੋਟਾ ਜਿਹਾ। ਮੈਂ ਦੇਖੋ ਜੀ, ਮੈਂ ਆਲੂ ਵਾਲੇ ਸਾਹਿਬ ਨੂੰ ਫਿਰ 2 ਗੱਲਾਂ ਪੁੱਛਣੀ ਚਾਹੁੰਦਾ। ਇਨਵੈਸਟਰ ਸਮਿਟ ਕਹਿੰਦੇ ਆਈ, ਅਰੇ ਇੱਕ ਤਾਂ ਦੱਸੋ ਕਿਹੜੀ ਇਨਵੈਸਟਮੈਂਟ ਆਈ, ਔਰ ਅਕਾਲੀ ਦਲ ਨਾਲ ਕੰਪੇਅਰ ਕਰਦੇ ਹੋ। ਮੈਂ ਕਹਿੰਦਾ ਤੁਸੀਂ ਅੱਜ ਲਾਈਨਸ ਖੋਲ ਦਿਓ, ਅਕਾਲੀ ਦਲ ਵੇਲੇ ਕੌਣ ਜਿਹਨੇ ਪੂਰਾ ਪੰਜਾਬ ਵੇਚਦਾ।
ਜਿੰਨੇ ਪੂਰਾ ਪੰਜਾਬ ਵੇਚਦਾ ਉਸ ਅਕਾਲੀ ਦਲ ਨਾਲ ਕੰਪੇਅਰ ਕਰ ਅਕਾਲੀ ਦਲ ਕੌਣ ਆਇਆ ਏਅਰਟੈਲ ਉਰੇ ਕੌਣ ਆਇਆ ਮਿੱਤਲ ਸਟੀਲ ਸਟਾਟਾ ਵਾਲੇ ਉਰੇ ਆਏ ਤੁਹਾਡੇ ਵੇਲੇ ਕੌਣ ਆਏ ਡਾਕਟਰ ਤਰੇਹਨ ਜਿਹੜੇ ਕਿ ਇੰਡਸਟਰੀਲਿਸਟ ਵੀ ਨਹੀਂ ਇੱਕ ਡਾਕਟਰ ਨੇ ਔਰ ਅਕਾਲੀ ਦਲ ਨੇ ਕੀ ਕੀਤਾ ਕਰੋ ਨਾ ਕਾਰਵਾਈ ਰੋਕਿਆ ਕਿਨੇ ਹੈ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਵੀ ਲਾਈ ਬਦਨਾਮ ਵੀ ਕੀਤਾ 1 ਸਾਲ ਦੇ ਵਿੱਚ ਕਿੱਟ ਵੀ ਨਹੀਂ ਲੱਗੀ ਸਿਰਫ ਕਰਨਾ ਕੀ ਆਉਂਦਾ ਤੁਹਾਨੂੰ ਕਿ ਜੀ ਸਾਨੂੰ ਤਾਂ ਸਟੇਜ ਚਲਾਉਣੀ ਉਹ ਕਹਿੰਦੇ ਤਾਂ ਹੀ ਤੁਸੀਂ ਵਿਜੀਲੈਂਸ ਤੇ ਸਵਾਲ ਚੁੱਕਦੇ ਹੋ ਕਿ ਕੰਮ ਹੋਇਆ ਕੁਝ ਨਹੀਂ ਆਉਂਦਾ ਤੁਹਾਨੂੰ ਕਰਨਾ ਠੀਕ ਹੈ ਸੋਈ ਸਾਹਿਬ ਥੋੜਾ ਸਾ ਪਲੀਜ਼ ਇੱਕ ਐਡ ਕਰ ਦਿਓ ਐਵੇਂ ਨਹੀਂ ਉਹ ਸਟੂਡੀਓ ਦੇ ਬੇਸ਼ੱਕ ਮੌਜੂਦ ਨਹੀਂ ਪਰ ਉਹਨਾਂ ਨੂੰ ਤੁਸੀਂ ਕਾਰਵਾਈ ਕਰਨੀ ਥੋੜੇ ਵੇਟ ਕਰੋ ਸੋਈ ਸਾਹਿਬ एक सेकंड सर क्लेयर जी अहलूवालिया जी प्लीज थोड़ा या वेट करो सर थोड़ा या वेट करो प्लीज ਇੱਕ ਵੀ ਸਵਾਲ ਨਹੀਂ ਚੁੱਕਿਆ ਤੁਸੀਂ ठीक है थोड़े आम आदमी पार्टी गुड गवर्नेंस वाली पार्टी क्लेयर साहब थोड़ी वेट करो सर नहीं मनीष सिसोदिया अंदर ठीक है वो भी अंदर जैन भी अंदर ठीक है ये गवर्नर और थोड़े वेट करो थोड़ा या वेट नहीं प्लीज नहीं प्लीज देखो इस तरीके का डिबेट हो रही है दूसरे की गल नहीं जा पा रही मैं वही कह रहे नहीं लोगों तक गल नहीं पहुंच रही सर गौरव जी सारा पंजाब देख रहा है एमएलए कितने ने सुन लो अकाली दल ਦੇ ਐਮਐਲਏ ਕਿੰਨੇ 3 ਰਿਜੈਕਟ ਕਰਤਾ ਉਹ ਇਹ ਤੋਂ ਪਹਿਲਾਂ ਸਾਡੇ 92 ਵੀ ਰਹੇ ਨੇ ਇੱਕ ਮਿੰਟ ਮੈਂ ਸਾਡੇ 92 ਦੱਸੋ ਤਾਂ ਸਹੀ ਜਿਹੜੀ 97 ਚਲੋ 97 ਸਰਕਾਰ ਦਾ ਡਾਟਾ ਚੱਕ ਲਓ ਇੱਕ ਮਿੰਟ ਖੜ ਜਾਓ ठीक है चलो नहीं आप एक सेकंड सर एक सेकंड थोड़ा वेट करो क्लियर जी मैं तेरे को वापस सुना नहीं एਵੇਂ ਫਿਰ ਗੱਲ ਨਹੀਂ ਹੋਏਗੀ ਨਾ ਉਹ ਚਲੇ एक सेकंड सर ਤੁਹਾਡਾ ਕੀ ਹਾਲ ਹੋਇਆ नहीं क्लियर जी गल नहीं हो पाएगी मैं वही कह रहा हूं 10 सेकंड दो सॉरी साहब ਦਾ रुक करना उसके बाद ਤੁਸੀਂ अपना पॉइंट रख ले ਸਾਰੀਆਂ ਸੀਟਾਂ ਜਮਾਨਤਾਂ ठीक है सोई साहब ਸੀਟ ਤੇ ਦੱਸੋ ਜਮਾਨਤ ਬਚੀ ਹੋਵੇ एक सेकंड 2019 ਐਮਪੀ मैं वही कह रहा ਤੁਸੀਂ ਹੋਰ ਪਾਸੇ ਆਪਾਂ ਚਲੇ ਜਾਵਾਂਗੇ ਡਿਬੇਟ ਵੀ ਨਹੀਂ ਹੋ ਪਾਏਗੀ ਦੇਖੋ ਫਿਰ नहीं देखो 2019 मैं वही कह रहा हूं सब 10 सेकंड रुको सोई जी ਤੁਸੀਂ ਆਪਣੀ ਗੱਲ ਰੱਖੋ सोई साहब ਤੁਸੀਂ ਆਪਣੀ ਗੱਲ ਰੱਖੋ नहीं प्लीज क्लियर जी थोड़े वेट करो नहीं प्लीज थोड़ी वेट करो नहीं प्लीज ਗੌਰਵ ਜੀ ਕਲੀਅਰ ਸਾਹਿਬ ਨੂੰ नहीं फिर वो नहीं होएगी ना वो बीच बोलते रहेंगे ਤੁਸੀਂ ਕਹਿੰਦੇ ਰਹੋਗੇ ਤਾਂ ਗੱਲ ਨਹੀਂ ਕੰਪਲੀਟ ਹੋਏਗੀ ਸਿਸੋਦੀਆ ਤਾਂ ਅੰਦਰ ਬੈਠਾ ਹੈ ਦਿੱਲੀ ਦਾ ਐਜੂਕੇਸ਼ਨ ਮਾਡਲ ਪ੍ਰਚਾਰ ਦੇ ਰਹੇ ਟੀਚਰਾਂ ਨੂੰ ਭੇਜਦੇ ਸਿੰਗਾਪੁਰ ਚਲੋ ਠੀਕ ਹੈ ਦਿੱਲੀ ਭੇਜਦੇ ਦੇਖਣ ਠੀਕ ਹੈ ਹੈ ਹੀ ਕੱਖ ਨਹੀਂ थोड़े इंतजार करो सोई साहब गौरव जी देखो आलूवालिया साहब ने ना बड़ा जोर ला रहे ने अपनी सरकार ਨੂੰ प्रोटेक्ट करने वास्ते लेकिन आलूवालिया साहब को जवाब है नहीं ਅੱਜ ਆਲੂਵਾਲੀਆ ਸਾਹਿਬ ਆ ਜਵਾਬ ਦੇ ਦੇਣ ਕਿ ਦਿੱਲੀ ਦੀ ਅੱਧੀ ਸਰਕਾਰ ਜਿਹੜੀ ਹੈ ਉਹ ਜੇਲ੍ਹ 'ਚ ਬੈਠੀ ਹੈ ਆਲੂਵਾਲੀਆ ਸਾਹਿਬ ਮੈਨੂੰ ਇੱਕ ਡਿਪਾਰਟਮੈਂਟ ਦੱਸ ਦਿਓ ਪੰਜਾਬ ਦਾ ਜਿਹੜਾ ਜਿਹਦੇ 'ਚ ਕਰਪਸ਼ਨ ਨਹੀਂ ਹੋ ਰਹੀ ਕੀ ਤਹਿਸੀਲਾਂ 'ਚ ਕਰਪਸ਼ਨ ਨਹੀਂ ਹੋ ਰਹੀ ਕੀ ਟਰਾਂਸਪੋਰਟ ਮਹਿਕਮੇ 'ਚ ਕਰਪਸ਼ਨ ਨਹੀਂ ਹੋ ਰਹੀ ਕੀ ਪੁਲਿਸ 'ਚ ਕਰਪਸ਼ਨ ਨਹੀਂ ਹੋ ਰਹੀ ਹਰ ਪਾਸੇ ਕਰਪਸ਼ਨ ਹੋ ਰਹੀ ਹੈ ਇਲੀਗਲ ਮਾਈਨਿੰਗ ਇਸ ਵਕਤ ਵੀ ਹੋ ਰਹੀ ਹੈ ਲੇਕਿਨ ਤੁਸੀਂ ਉਹ ਜਵਾਬ ਨਹੀਂ ਦਿਓਗੇ ਕਿਉਂਕਿ ਤੁਸੀਂ ਜਿਹੜੀ ਹੈ ਇੱਕ ਸਹੁੰ ਖਾਧੀ ਹੈ ਕਿ ਅਸੀਂ ਜਵਾਬ ਨਹੀਂ ਦੇਣੇ ਕਿਉਂਕਿ ਤੁਹਾਡੇ ਮੁੱਖ ਮੰਤਰੀ ਨੇ ਵੀ ਆਲੂਵਾਲੀਆ ਥੋੜੇ 10 ਸੈਕਿੰਡ ਰੁਕ ਜਾਓ ਸਰ ਪਲੀਜ਼ ਉਹਨਾਂ ਨੂੰ ਇੱਕ ਵਾਰ ਰੱਖ ਲੈਣ ਤੋਂ ਮੈਂ ਤੁਹਾਡੇ ਕੋਲ ਸਿੱਧਾ ਆਉਂਗਾ ਜਵਾਬ ਦੇ ਦਿਓ ਤੁਸੀਂ ਤੁਹਾਡੀ ਵਾਰੀ ਤੇ ਬੋਲਿਆ ਨਹੀਂ ਅੱਜ ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਹੁਣਾਂ ਨੇ ਆਲ ਪਾਰਟੀ ਮੀਟਿੰਗ ਵਾਸਤੇ ਤੁਹਾਨੂੰ ਚਿੱਠੀ ਲਿਖੀ ਹੈ ਕੀ ਉਹਦਾ ਜਵਾਬ ਦਿਓਗੇ ਕੀ ਆਲ ਪਾਰਟੀ ਮੀਟਿੰਗ ਸੱਦੋਗੇ ਲਾ ਐਂਡ ਆਰਡਰ ਸਿਚੁਏਸ਼ਨ ਤੇ ਕੀ ਆਲ ਪਾਰਟੀ ਮੀਟਿੰਗ ਸੱਦੋਗੇ ਕਰਪਸ਼ਨ ਦੇ ਉੱਪਰ ਕਿਉਂਕਿ ਤੁਹਾਡੀ ਪਾਰਟੀ ਖੁਦ ਦੀ ਨੈਕ ਡੀਪ ਹੋ ਗਈ ਹੈ ਕਰਪਸ਼ਨ ਠੀਕ ਹੈ ਤੁਹਾਡੇ ਕੋਲ ਕਰਪਸ਼ਨ ਵਾਸਤੇ ਜਵਾਬ ਹੈ ਨਹੀਂ ਚਲੋ ਆਪਾਂ ਜਵਾਬ ਉਹ ਕਹਿੰਦੇ ਅਸੀਂ ਜਵਾਬ ਦੇ ਰਹੇ ਜਵਾਬ ਲੈ ਬੀਜੇਪੀ ਠੀਕ ਹੈ ਸੋਈ ਸਾਹਿਬ ਮੈਂ ਤੁਹਾਡੇ ਕੋਲ ਨਾਲ ਦੀ ਨਾਲ ਵਾਪਸ ਆਉਂਗਾ 10 ਸੈਕਿੰਡ ਜੋ ਇੱਕ ਵਾਰੀ ਨਾਲ ਦੀ ਨਾਲ ਛੋਟਾ ਜਵਾਬ ਰੱਖਿਓ ਇੱਕ ਕਰਕੇ ਬੋਲਦੇ ਰਹੋ ਛੋਟਾ ਜਵਾਬ ਰੱਖਿਓ ਦੇ ਅੰਦਰ ਤੁਸੀਂ ਰਿਜੈਕਟ ਹੋਏ ਹੁਣ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਦਿੱਲੀ ਦੇ ਅੰਦਰ ਹਾਰ ਗਏ ਤੁਹਾਨੂੰ ਡਰ ਸਿਰਫ ਇੱਕੋ ਹੀ ਹੈ ਤੁਹਾਨੂੰ ਇੱਕੋ ਹੀ ਡਰ ਹੈ ਸੋਈ ਸਾਹਿਬ ਕਿ 2024 ਦੇ ਅੰਦਰ ਕਾਂਗਰਸ ਤੋਂ ਤਾਂ ਕੁਝ ਬਣਨਾ ਨਹੀਂ ਨਾ ਅਕਾਲੀ ਦਲ ਤੋਂ ਕੁਝ ਬਣਨਾ ਹੈ ਇੱਕੋ ਪਾਰਟੀ ਹੈ ਜਿਹੜੀ ਤੁਹਾਨੂੰ ਹਰਾ ਸਕਦੀ ਹੈ ਉਹਦੇ ਕਰਕੇ ਮਨੀਸ਼ ਸਿਸੋਦੀਆ ਜੀ ਸਤਿੰਦਰ ਜੈਨ ਜੀ ਹੋਰ ਜਿਹੜੇ ਤੁਸੀਂ ਕਾਰਵਾਈ ਕਰ ਰਹੇ ਹੋ ਇੱਕੋ ਤੁਹਾਡਾ ਏਮ ਹੈ ਕਿ 2024 ਦੇ ਅੰਦਰ ਤੁਹਾਨੂੰ ਕੌਣ ਹਰਾਏਗਾ ਠੀਕ ਹੈ ਥੋੜੇ ਵੇਟ ਕਰੋ ਥੋੜੇ ਲਾ ਐਂਡ ਆਰਡਰ ਬਾਰੇ ਪੁੱਛਣ ਲੱਪੇ ਕਿ ਠੀਕ ਹੈ ਇੱਕ ਸੈਕਿੰਡ ਸੋਈ ਸਾਹਿਬ ਤੁਸੀਂ ਜਵਾਬ ਦੇ ਦਿਓ ਉਹਨਾਂ ਨੇ ਪੁਆਇੰਟ ਰੱਖਿਆ ਸ਼ਾਇਦ ਤੁਹਾਡੇ ਤੱਕ ਨਾ ਪਹੁੰਚਿਆ ਹੋਵੇ ਕਹਿੰਦੇ ਤੁਹਾਨੂੰ ਦਿੱਕਤ ਇਹੀ ਹੈ ਜਾਂ ਤੁਹਾਨੂੰ ਚਿੰਤਾ ਇਹੀ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਤੁਸੀਂ ਬਹੁਤ ਪਕੜ ਜਮਾਈ ਸੀ ਉੱਥੇ ਜਾ ਕੇ ਆਮ ਆਦਮੀ ਪਾਰਟੀ ਪਰਫਾਰਮ ਕਰ ਰਹੀ ਹੈ ਉਹ ਐਮਸੀਡੀ ਦਾ ਜ਼ਿਕਰ ਕਰਦੇ ਨੇ ਪੰਜਾਬ ਦਾ ਜ਼ਿਕਰ ਕਰਦੇ ਨੇ ਸੋਈ ਸਾਹਿਬ ਦੇਖੋ ਇਹਨਾਂ ਨੇ ਗੁਜਰਾਤ ਦੇ ਇਲੈਕਸ਼ਨ ਲੜਿਆ ਤੇ 97% ਸੀਟਾਂ ਤੇ ਇਹਨਾਂ ਦੀ ਜ਼ਮਾਨਤ ਜ਼ਬਤ ਹੋਈ ਇਹਨਾਂ ਨੇ ਹਿਮਾਚਲ ਫਸਟ ਟਾਈਮ ਇਲੈਕਸ਼ਨ ਲੜਿਆ 5 ਸੀਟਾਂ ਆ ਗਈਆਂ ਤੁਹਾਡੇ ਮੋਦੀ ਜੀ ਦੇ ਗੁਜਰਾਤ 'ਚ ਫਸਟ ਟਾਈਮ ਇਲੈਕਸ਼ਨ ਲੜਿਆ 13% ਸਾਨੂੰ ਸ਼ੇਅਰ ਮਿਲਿਆ ਚਲੋ ਇੱਕ ਨਹੀਂ ਇਹ ਕੀ ਗੱਲ ਕਰਦੇ ਨੇ ਇਹਨਾਂ ਨੂੰ ਪ੍ਰੋਬਲਮ ਤੇ ਠੀਕ ਹੈ ਆਪੋ ਆਪਣੀ ਗੱਲ ਰੱਖੋ ਤੁਸੀਂ ਉਸ ਦੇ ਉੱਪਰ ਰਿਐਕਟ ਕਰ ਦਿਓ ਕੋਈ ਗੱਲ ਨਹੀਂ ਜਵਾਬ ਨਹੀਂ ਸੁਣਨਾ ਚਾਹੁੰਦੇ ਤੁਸੀਂ
ਤੁਹਾਡੇ ਕੋਲ ਪਾਰਲੀਮੈਂਟ 'ਚ ਇੱਕ ਨੁਮਾਇੰਦਾ ਨਹੀਂ ਹੈ। ਭਗਵੰਤ ਮਾਨ ਹੁਣੀ ਇੱਕ ਪਾਰਲੀਮੈਂਟ ਮੈਂਬਰ ਸੀਗੇ, ਉਹ ਵੀ ਹਾਰ ਗਏ। ਹੁਣ ਤੁਸੀਂ ਦੇਖੋ ਇਸ ਵਕਤ ਤੁਹਾਡੀ ਸਿਚੁਏਸ਼ਨ ਜਿਹੜੀ ਹੈ ਨਾ ਬੜੀ ਕਮਜ਼ੋਰ ਹੋਈ ਹੈ। ਤੁਹਾਡੇ ਕੋਲ ਦੋ ਸੀਗੇ, ਤੁਹਾਡੇ ਕੋਲ ਦੋ ਸੀਗੇ, ਅੱਜ ਤੁਸੀਂ ਸਰਕਾਰ ਚੋਂ। ਚਲੋ ਠੀਕ ਹੈ, ਥੋੜੇ ਤੁਹਾਡੇ ਕੋਲ ਦੋ ਸੀਗੇ, ਤੁਸੀਂ ਅੱਜ ਸਰਕਾਰ ਮੈਂ ਉਹੀ ਕਹਿ ਰਿਹਾ ਕਿ ਵਿਜੀਲੈਂਸ ਤੋਂ ਗੱਲ ਤੁਰੀ ਸੀ ਤੇ ਆਪਸ ਦੇ ਵਿੱਚ ਹੋਰ ਪਾਸੇ ਨਾ ਪਹੁੰਚ ਜਾਵੇ। ਠੀਕ ਹੈ ਕਾਲੋ ਸਾਹਿਬ, ਮੈਂ ਤੁਹਾਡੇ ਕੋਲ ਆਣਾ। ਡਾਕਟਰ ਸਾਹਿਬ ਤੁਸੀਂ ਇਕੱਠੇ ਜਵਾਬ ਦਿਓ। ਕਾਲੋ ਜੀ। ਗੌਰਵ, ਪਹਿਲੀ ਗੱਲ ਇਹ ਹੈ ਕਿ ਇੱਕ ਨਾ ਪਿੰਡਾਂ 'ਚ ਬੜੀ ਕਹਾਵਤ ਚੱਲਦੀ ਸੀ ਵੀ ਕਾਵਾਂ ਵਾਲੀ ਕਦੀ ਪੰਚਾਇਤ ਨਹੀਂ ਚੁਣੀ ਦੀ। ਸੋ ਪੰਜਾਬ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲਈ, ਉਹ ਪੰਚਾਇਤ ਚੁਣ ਲਈ ਕਾਵਾਂ ਵਾਲੀ, ਜਿਹਨੂੰ ਅੱਜ ਤੁਸੀਂ ਵੀ ਸਦਨ ਤੇ, ਤੁਸੀਂ ਬੜੇ ਸੀਨੀਅਰ ਜਰਨਲਿਸਟ ਹੋ, ਸਦਨ ਦੇ ਅੰਦਰ ਜਿਸ ਤਰ੍ਹਾਂ ਦਾ ਵਰਤਾਰਾ ਸੀਐਮ ਔਰ ਸੀਐਮ ਦੇ ਮਗਰ ਖਲੋ ਕੇ ਉਹ ਬਾਹਾਂ ਟੰਗ ਕੇ ਐਮਐਲਏ ਜਿਹੜੇ ਆ ਕੇ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਮੈਂ ਸਮਝਦਾ ਉਹ ਸਿਰਫ ਨਿੰਦਣਯੋਗ ਨਹੀਂ, ਉਹ ਨਾ ਮਾਫ ਕਰਨਯੋਗ ਵੀ ਘਟਨਾ ਹੈ। ਜਿਹੜੀ ਗੱਲ ਅੱਜ ਲੀਡਰ ਆਫ ਆਪੋਜੀਸ਼ਨ ਨੇ ਕਹੀ, ਜਾਂ ਜਿਹੜੀ ਅੱਜ ਇੱਕ ਟੀ-ਸ਼ਰਟ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾ ਕੇ ਆਏ, ਉਹਦੇ ਉੱਥੇ ਟੀ-ਸ਼ਰਟ ਪਾ ਕੇ ਆਉਣ ਦਾ ਸਿੰਬੋਲਿਕਲੀ ਮੈਸੇਜ ਪਤਾ ਕੀ ਸੀ? ਜਦੋਂ ਸਰਕਾਰ ਗੁੰਗੀ ਹੋ ਜੇ, ਬੋਲੀ ਹੋ ਜੇ, ਅੰਨੀ ਹੋ ਜੇ, ਜਦੋਂ ਸਰਕਾਰ ਜਿਹੜੇ 3 ਕਰੋੜ ਲੋਕਾਂ ਦੀ ਗੱਲ ਤੇ ਕਹਿੰਦੇ ਅਸੀਂ 3 ਕਰੋੜ ਸੁਣਾਂਗੇ, ਪਰ 3 ਕਰੋੜ ਦੇ ਵਿੱਚ ਤੁਸੀਂ, ਮੈਂ, ਕਲੇਰ ਸਾਹਿਬ ਜਾਂ ਜਿੰਨੇ ਵੀ ਚੁਣੇ ਹੋਏ ਉਹ ਸਾਰੇ ਆਉਂਦੇ ਨੇ। ਤੁਹਾਨੂੰ ਇਸ ਕਰਕੇ ਵਿਚਾਲੇ ਰੋਕ ਰਹੇ ਕਿ ਸਦਨ ਦੇ ਅੰਦਰ ਇਹ ਪਹਿਲੀ ਵਾਰ ਨਹੀਂ ਹੋਇਆ। ਨਹੀਂ, ਮੈਂ ਦੱਸਦਾ, ਤਸਵੀਰਾਂ ਯਾਦ ਹੈ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਜਦੋਂ ਆਮੋ ਸਾਹਮਣੇ ਸੀ। ਦੇਖੋ ਉਹਨਾਂ ਦੋਵਾਂ ਦੀ ਕੋਈ ਬਹੁਤ ਜ਼ਿਆਦਾ ਤੁਸੀਂ ਕਹੋ ਕਿ ਮਰਿਆਦਾ ਵਾਲੀ ਗੱਲ ਸੀ। ਮੈਂ ਇਸ ਕਰਕੇ ਕਹਿ ਰਿਹਾ ਉਹ ਵੀ ਨਿੰਦਣਯੋਗ ਹੈ, ਉਹ ਵੀ ਨਿੰਦਣਯੋਗ ਹੈ। ਪਰ ਮੁੱਖ ਮੰਤਰੀ ਤੇ ਅਹੁਦੇ ਦਾ ਕੀ ਗਰਿਮਾ ਹੁੰਦੀ ਹੈ, ਇਹ ਚੀਜ਼ ਅਜੇ ਤੱਕ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਸਮਝ ਨਹੀਂ ਆਈ। ਹਾਂ, ਦੂਸਰੀ ਗੱਲ ਜਿਹੜੀ ਇਹ ਗੱਲ ਬਾਰ-ਬਾਰ ਕਰ ਰਹੇ ਨੇ ਨਾ ਕਿ ਅਸੀਂ ਕਰਪਟ ਨਹੀਂ, ਅਸੀਂ ਕੱਟੜ ਇਮਾਨਦਾਰ ਹਾਂ, ਅਸੀਂ ਇਹ ਹਾਂ, ਅਸੀਂ ਉਹ ਹਾਂ, ਇਹ ਆਰਐਸਐਸ ਦੀ ਇੱਕ ਸ਼ਾਖਾ ਨੇ, ਬੀਜੇਪੀ ਦੀ ਬੀ ਟੀਮ ਨੇ। ਉੱਤਰਾਖੰਡ ਗਏ, ਉੱਥੇ ਇਹਨਾਂ ਨੇ ਥੋੜਾ ਜਿਹਾ ਵੋਟ ਸ਼ੇਅਰ ਲਿਆ ਤੇ ਉੱਥੇ ਕਾਂਗਰਸ ਦੀ ਸਰਕਾਰ ਨਹੀਂ ਬਣ ਪਾਈ। ਹਿਮਾਚਲ ਗਏ, ਉੱਥੇ ਇਹਨਾਂ ਦੀ ਦਾਲ ਨਹੀਂ ਗਲੀ ਕਿਉਂਕਿ ਉੱਥੇ ਸੋਸ਼ਲ ਮੀਡੀਆ ਪਹਾੜਾਂ ਦੇ ਵਿੱਚ ਥੋੜਾ ਘੱਟ ਐਕਟਿਵ ਸੀ, ਟਿਕਟਾ ਟੁਕਟਾ ਵੇਚ ਕੇ ਨਿਕਲ ਆਏ। ਗੁਜਰਾਤ ਗਏ, ਉੱਥੇ 19 ਕੀ ਵੋਟ ਖਿੱਚੀ ਜਿਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਵੇ। ਸੋ ਇਹ ਬੀਜੇਪੀ ਦੀ ਇੱਕ ਸ਼ਾਖਾ ਨੇ। ਔਰ ਦੂਸਰੀ ਗੱਲ, ਇਹ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦੇਣ ਕਿ ਇੱਕ ਤੇ ਉਹ ਜਿਹੜਾ ਇਹਨਾਂ ਦੇ ਸੁਪਰ ਸੀਐਮ ਜਿਹੜੇ ਨੇ ਅਰਵਿੰਦ ਕੇਜਰੀਵਾਲ ਜੀ, ਉਹ 58,000 ਕਰੋੜ ਦੀ ਗੱਲ ਕਰਦੇ ਸੀ, ਸਰਕਾਰ ਮੇਰੀ ਜੇਬ ਮੇਂ ਹੈ। ਭਾਈ ਉਹ ਕਿੱਥੇ ਨੇ, ਕੱਢ ਦਿਓ। ਕੱਲ ਹੀ ਪੀਐਸਪੀਸੀਐਲ ਨੇ ਸਟੇਟ ਰੈਗੂਲੇਟਰੀ ਅਥਾਰਟੀ ਨੂੰ ਚਿੱਠੀ ਲਿਖੀ ਹੈ ਕਿ ਸਾਡੇ ਕੋਲ ਬਿਜਲੀ ਦੀ ਪੂਰਤੀ ਨਹੀਂ ਹੈ, ਸਾਨੂੰ ਕੱਟ ਲਾਉਣੇ ਪੈਣਗੇ, ਇਜਾਜ਼ਤ ਦੇ ਦਿਓ। ਇਹ ਕਿਹੋ ਜਿਹੀਆਂ ਗੱਲਾਂ? ਕਿਹੜੇ ਦਿੱਲੀ ਮਾਡਲ ਦਾ ਹੈਲਥ ਮਾਡਲ? ਕੀ ਫੇਲ ਹੈਲਥ ਮਾਡਲ ਹੈ? ਚਲੋ ਜਵਾਬ ਲੈ ਦੇ ਉੱਤੇ ਡਾਕਟਰਾਂ ਨੂੰ ਦਿੱਲੀ ਵਿੱਚ ਬਣਾ ਰਹੇ ਨੇ ਐਮਬੀਬੀਐਸ ਨੂੰ। ਸ਼ਰਮ ਆਉਣੀ ਚਾਹੀਦੀ। ਠੀਕ ਹੈ, ਚਲੋ ਆਪਾਂ ਜਵਾਬ, ਠੀਕ ਹੈ, ਤੁਸੀਂ ਆਪਣੀ ਗੱਲ ਰੱਖੀਏ। ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਆਪੋ ਆਪਣੇ ਟਾਈਮ 'ਚ ਬੋਲੀਏ, ਬਹੁਤ ਥੋੜਾ ਟਾਈਮ ਆਪਣੇ ਕੋਲ ਹੈ। ਡਾਕਟਰ ਸਾਹਿਬ ਛੋਟਾ ਜਿਹਾ ਜਵਾਬ ਦਿਓ ਪਲੀਜ਼। ਦੇਖੋ, ਇਹਨਾਂ ਨੂੰ ਤਕਲੀਫ ਕੀ ਹੈ? ਕਾਂਗਰਸ ਨੂੰ ਤਾਂ ਤਕਲੀਫ ਕੀ ਹੈਗੀ ਹੈ? ਇਹਨਾਂ ਨੂੰ ਤਾਂ ਤਕਲੀਫ ਹੋਣੀ ਚਾਹੀਦੀ। ਸਾਰੇ ਐਮਐਲਏਸ ਤਾਂ ਇਹਨਾਂ ਦੇ ਬੀਜੇਪੀ ਚਲੇ ਗਏ। ਬੀਜੇਪੀ ਦੀ ਤਕਲੀਫ ਤਾਂ ਸਮਝ ਆਉਂਦੀ ਹੈ। ਬੀਜੇਪੀ ਦੀ ਤਕਲੀਫ, ਸਾਡਾ ਤਾਂ ਇੱਕ ਐਮਐਲਏ ਦੱਸ ਦਿਓ ਕਿਹੜਾ ਗਿਆ ਸਾਡਾ, ਇੱਕ ਐਮਐਲਏ। ਮੈਂ ਚੈਲੰਜ ਕਰਦਾ। ਔਰ ਤੁਹਾਡਾ ਆਪਰੇਸ਼ਨ ਲੋਟਸ ਜਿਹੜਾ ਬੀਜੇਪੀ ਨੇ ਚਲਾਇਆ ਸਾਰਾ ਤੁਹਾਡਾ ਹੀ ਚਲੇ ਗਏ। ਸੁਣ ਲਓ ਵਾਲੀਆ ਜੀ, ਸੁਣ ਲਓ ਫਿਰ ਸੁਣ ਲਓ। ਇਹ ਮੈਂ ਤੁਹਾਨੂੰ ਤੁਸੀਂ ਨਾ ਇੱਕ ਛਾਨਣੀ ਜੀ ਲਾ ਕੇ ਵੇਖਿਓ ਕਿੰਨੇ ਐਮਐਲਏ ਤੁਹਾਡੇ ਵਾਸਤੇ ਲੋਟਸ ਤੇ ਨਹੀਂ ਗਿਆ, ਪਰ ਕਾਂਗਰਸ ਸਾਰੀ ਗੱਲ ਹੀ ਹੋ ਗਈ। ਸਾਰਾ ਡਰਾਮਾ ਸੀ। ਇੱਕ ਵਿਸ਼ੇਸ਼ ਸਦਨ ਸੱਦਿਆ ਗਿਆ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਖਰਾਬ ਕੀਤਾ ਗਿਆ। ਸਿਰਫ ਖਾਲੀ ਬਾਬਾਈ ਨਹੀਂ। ਕੀ ਬਣਿਆ? ਉਹਦੀ ਐਫਆਈਆਰ ਰਜਿਸਟਰ ਕਰੀ, ਜਿਹਨੇ ਹਰਾਇਆ ਨਾ, ਉਹਦਾ ਨਾਮ ਜੀਵਨ ਜੋਤਪੁਰ। ਉਹਦੀ ਐਫਆਈਆਰ ਕਰਾਈ ਸੀ ਇਹਨਾਂ ਨੇ। ਜਿਹਨੂੰ ਕੋਈ ਨਹੀਂ ਜਾਣਦਾ ਸੀ, ਸਿਰਫ ਇੱਕ ਸਿੰਬਲ ਸੀ ਝਾੜੂ ਦਾ। ਇੱਕ ਸ਼ਰੀਫ ਇਹ ਜਿਹੜਾ ਸੈਸ਼ਨ ਦੇ ਵਿੱਚ ਇਹਨਾਂ ਸੈਸ਼ਨ ਸੱਦਿਆ ਲੋਟਸ ਆਪਰੇਸ਼ਨ। ਚਲੋ ਥੋੜਾ ਵੇਟ ਕਰੋ। ਮੈਂ ਇੱਕ ਛੋਟਾ ਕਮੈਂਟ ਲੈਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਸਮਾਂ ਬਹੁਤ ਲਿਮਿਟਡ ਹੈ। ਮੈਂ ਵਾਈਂਡ ਅਪ ਕਰਨਾ। ਕਲੇਰ ਸਾਹਿਬ ਬਹੁਤ ਛੋਟਾ ਜਿਹਾ ਸਟੇਟਮੈਂਟ। ਸੁਖਬੀਰ ਬਾਦਲ ਨੂੰ, ਠੀਕ ਹੈ, ਚਲੋ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ। ਇੰਨਾ ਹੋ ਗਿਆ ਸਰ, ਹੋ ਗਿਆ। ਵਿਸ਼ਵਾਸ ਕੀਤਾ, ਤੁਸੀਂ ਲੋਕ ਰਿਜੈਕਟ ਹੋ ਗਏ। ਠੀਕ ਹੈ, ਚਲੋ ਇਲੈਕਸ਼ਨ ਵਾਲਾ ਦੌਰ ਨਿਕਲ ਗਿਆ। ਠੀਕ ਹੈ, ਤੁਸੀਂ ਆਪਣੇ ਪੁਆਇੰਟ ਰੱਖ ਰਹੇ ਹੋ। ਕਲੇਰ ਸਾਹਿਬ ਬਹੁਤ ਛੋਟਾ ਜਿਹਾ ਸਟੇਟਮੈਂਟ, ਬਹੁਤ ਛੋਟਾ ਜਿਹਾ ਸਟੇਟਮੈਂਟ। ਮੈਂ ਦਿੱਲੀ ਆਰਡਰਾਂ ਤੇ ਚਲਾਉਂਦੇ ਨੇ ਨਾ ਇਹ ਤਾਂ ਤੁਹਾਨੂੰ ਦਿੱਲੀ ਆਰਡਰ ਮਿਲਦੇ ਜਿਹੜੀ ਸੋਨੀਆ ਗਾਂਧੀ ਕੋਲ ਲੈ ਕੇ ਗਏ। ਚਲੋ ਪਲੀਜ਼ ਥੋੜਾ ਜਿਹਾ ਵੇਟ ਕਰੋ। ਸਰ ਤਕਰਾਰ ਇਸ ਤਰੀਕੇ ਨਾਲ ਨਹੀਂ ਹੁੰਦੀ, ਬਹਿਸ ਐਵੇਂ ਨਹੀਂ ਹੁੰਦੀ। ਆਪਾਂ ਕਿਸੇ ਦੇ ਸਾਹਮਣੇ ਵੀ ਬਹਿਸ ਸ਼ੁਰੂ ਕਰ ਦਈਏ ਤਾਂ ਕੋਈ ਨਹੀਂ ਸੁਣਦਾ ਦੂਜੇ। ਕਾਲੋ ਸਾਹਿਬ, ਡਾਕਟਰ ਸਾਹਿਬ ਥੋੜਾ ਜਿਹਾ ਵੇਟ ਕਰੋ। ਕਲੀਅਰ ਜੀ। ਨਹੀਂ, ਮੈਂ ਤਾਂ ਪਹਿਲਾਂ ਆਲੂਵਾਲੀਆ ਸਾਹਿਬ ਨੂੰ ਕਹੂੰਗਾ ਕਿ ਅੱਜ ਆਮ ਆਦਮੀ ਪਾਰਟੀ ਦੀ ਭਾਸ਼ਾ ਚੋਂ ਗਰੂਰ ਝਲਕਦਾ ਹੈ। ਇਹਨਾਂ ਨੂੰ ਪੁੱਛੋ ਵੀ ਜਿਹੜੇ ਅੱਜ ਕਹਿੰਦੇ ਫਲਾਣਾ ਹਾਰ ਗਿਆ,
2017 ਚ ਭਗਵੰਤ ਮਾਨ ਜਿਹੜਾ ਅੱਜ ਮੁੱਖ ਮੰਤਰੀ ਹੈ 20,000 ਤੇ ਕਿੱਥੋਂ ਹਾਰ ਕੇ ਜਲਾਲਾਬਾਦ ਸੁਖਬੀਰ ਸਿੰਘ ਬਾਦਲ ਤੋਂ ਹੀ ਹਾਰ ਕੇ ਆਏ ਸੀ ਨਾ 20,000 ਤੇ ਹਾਰੇ ਤੁਹਾਡੇ 2019 ਦੇ ਵਿੱਚ ਮੈਂ ਤਾਂ ਕਹਿ ਰਿਹਾ ਵੀ 13 ਤੇ 13 ਮੈਂਬਰ ਪਾਰਲੀਮੈਂਟਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਸੋ ਗਰੂਰ ਚੰਗਾ ਹੋ ਗਿਆ ਸੀ ਕਾਂਗਰਸ ਨਾਲ ਗਰੂਰ ਚੰਗਾ ਨਹੀਂ ਸੋ ਓਏ ਕੋਈ ਇਹਨਾਂ ਨਹੀਂ ਆਤਾ ਇਹਨਾਂ ਨੂੰ ਜਿਤਾਣਾ ਉਹ ਹੁਣ ਸੁਣ ਵੀ ਲਿਆ ਕਰੋ ਆਲੂ ਵਾਲੀਆ ਸਾਹਿਬ ਹੁਣ ਸੁਣ ਵੀ ਲਓ ਹੁਣ ਸੁਣ ਵੀ ਲਓ ਸੁਣ ਵੀ ਲਓ ਨਹੀਂ ਇੱਕ ਮਿੰਟ ਨਹੀਂ ਪਰ ਇਸ ਤਰੀਕੇ ਨਾਲ ਨਹੀਂ ਬਹਿਸ ਹੋ ਸਕਦੀ ਨਾ। ਦੇਖੋ ਆਪਾਂ ਸਟੂਡੀਓ ਦੇ ਵਿੱਚ ਮੌਜੂਦ ਹਾਂ, ਲੋਕਾਂ ਤੱਕ ਆਵਾਜ਼ ਨਹੀਂ ਪਹੁੰਚਦੀ। ਮੈਂ ਤੁਹਾਨੂੰ ਆਪਣਾ ਫੋਨ ਦਿਖਾਵਾਂ, ਮੇਰੇ ਕੋਲ ਕਿੰਨੇ ਮੈਸੇਜ ਆ ਚੁੱਕੇ ਨੇ, ਉਹ ਕਹਿ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਸਾਨੂੰ ਕੁਝ ਨਹੀਂ ਸਮਝ ਆ ਰਿਹਾ। ਦੇਖੋ ਅੱਜ ਪੰਜਾਬ ਦੀ ਤਰਾਸਦੀ ਇਹ ਹੈ ਕਿ ਨਾ ਤਾਂ ਇਹ ਮੁੱਦਿਆਂ ਤੇ ਜਵਾਬ ਦਿੰਦੇ ਨੇ, ਨਾ ਇਹ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਨੇ। ਇਹ ਫਲਾਣਾ ਹਾਰ ਗਿਆ ਜੀ, ਉਹਦੀ ਜ਼ਮਾਨਤ ਜ਼ਬਤ ਹੋ ਗਈ ਜੀ, ਉਹ ਠੀਕ ਹੈ ਜੀ, ਲੋਕਾਂ ਨੇ ਫਤਵਾ ਦੇਤਾ, ਜਿਨ੍ਹਾਂ ਨੂੰ ਘਰ ਬਿਠਾਉਣਾ ਸੀ ਘਰੇ ਬਹਿ ਗਏ। ਗੱਲ ਤਾਂ ਤੁਸੀਂ ਅੱਜ ਪੰਜਾਬ ਤੇ ਰਾਜ ਕਰ ਰਹੇ ਹੋ, ਇੰਤਜ਼ਾਰ ਕਿਉਂ ਕਰੀਏ? ਲੋਕਾਂ ਦੇ ਮੁੱਦੇ ਚੱਕਾਂਗੇ। ਜੇ ਕਿਸੇ ਨੂੰ ਇੱਕ ਵੀ ਵੋਟ ਪਈ ਹੈ, ਜੇ ਕਿਸੇ ਨੇ ਇੱਕ ਵੀ ਵੋਟ ਪਾਈ ਹੈ ਤਾਂ ਉਹਦੀ ਆਵਾਜ਼ ਚੱਕਣਾ ਸਾਡਾ ਫਰਜ਼ ਹੈ। ਇੰਨਾ ਗਰੂਰ ਚੰਗਾ ਨਹੀਂ, ਲੋਕਾਂ ਨੂੰ ਜਵਾਬ ਦੇ ਹੋ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਔਰ ਜੋ ਅੱਜ ਪੰਜਾਬ ਦੇ ਹਾਲਾਤ ਨੇ। ਪੂਰੇ ਲੋਕ ਘਰਾਂ ਚੋਂ ਨਿਕਲਣ ਤੋਂ ਡਰਦੇ ਨੇ। ਜਵਾਬ ਦੀ ਤੁਹਾਡੀ ਸਰਕਾਰ ਦੀ ਹੈ। ਪੰਜਾਬ ਦੇ ਵਿੱਚ ਇਨਵੈਸਟਮੈਂਟ ਬਾਹਰ ਭੱਜੀ ਜਾ ਰਹੀ ਹੈ। ਅਗਰ ਪੰਜਾਬ ਦੇ ਸਾਰੇ ਇੰਡਸਟਰੀਅਲ ਸਹਿਯੋਗੀ ਨਾਲ ਮੁਲਾਕਾਤ ਕਰਕੇ ਆਏ ਨੇ, ਜ਼ਿੰਮੇਵਾਰੀ ਤੁਹਾਡੀ ਹੈ। ਜਿਹੜੀ ਮਾਵਾਂ ਦੇ ਪੁੱਤ ਮਾਰ ਰਹੇ ਨੇ ਉਹਨਾਂ ਤੇ ਲੋਕਾਂ ਨੂੰ ਜਵਾਬ ਦਿਓ। ਸੋ ਅਗਰ ਕਿਸੇ ਨੂੰ 2 ਵੋਟਾਂ ਵੀ ਪਈਆਂ ਨੇ, ਉਹ ਵੀ ਹੱਕ ਰੱਖਦਾ ਉਰੇ ਖੜਾ ਹੋ ਕੇ ਆਵਾਜ਼ ਚੱਕਣ ਦਾ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਫਿਰ ਵੀ ਪੂਰੇ 25% ਵੋਟ ਪਈ ਹੈ। ਸੋ ਇਹੀ ਜੀ ਗੱਲਾਂ ਆਪਾਂ ਨਾ ਕਰੀਏ। ਲੋਕ ਮੁੱਦਿਆਂ ਠੀਕ ਹੈ ਸਰ, ਹੱਕ ਸਭ ਨੂੰ ਹੈ, ਹੱਕ ਸਭ ਨੂੰ ਹੈ ਕਿ ਆਪਣੀ ਆਵਾਜ਼ ਚੁੱਕੇ। ਸੰਵਿਧਾਨ ਸਾਨੂੰ ਹੱਕ ਦਿੰਦਾ ਹੈ। ਡਾਕਟਰ ਸਾਹਿਬ ਬਹੁਤ ਛੋਟੀ ਜਿਹੀ ਸਟੇਟਮੈਂਟ, ਵਿਜੀਲੈਂਸ ਨੂੰ ਲੈ ਕੇ ਸਵਾਲ ਹੀ ਨੇ ਕਿ ਡਬਲ ਸਟੈਂਡਰਡ ਘੱਟੋ ਘੱਟ ਨਾ ਹੋਣ। ਜੇ ਕਾਰਵਾਈ ਕਾਂਗਰਸ ਤੇ ਹੋਈ ਹੈ, ਅਕਾਲੀ ਦਲ ਦੇ ਕਿਸੇ ਲੀਡਰ ਤੇ ਹੁੰਦੀ ਹੈ, ਕਿਸੇ ਹੋਰ ਪਾਰਟੀ ਦੇ, ਆਮ ਆਦਮੀ ਪਾਰਟੀ ਦੇ ਵੀ ਸੇਮ ਚਾਹੀਦੀ ਹੈ ਕਿ ਜੇਕਰ ਉਹਨਾਂ ਦੇ ਉੱਤੇ ਕੋਈ ਐਲੀਗੇਸ਼ਨਸ ਲੱਗਦੇ ਨੇ। ਇੱਕੋ ਪਾਰਟੀ ਹੈ ਜਿਹਨੇ ਆਪਣੇ ਮੰਤਰੀ ਤੇ ਐਮਐਲਏ ਫੜੇ, ਉਹ ਆਮ ਆਦਮੀ ਪਾਰਟੀ ਹੈ। ਜੇ ਇਹਨਾਂ ਦੇ 10 ਐਮਐਲਏ ਫੜੇ ਗਏ, ਇਰੀਗੇਸ਼ਨ ਦੇ ਅੰਦਰ ਇਹਨਾਂ ਦੇ ਬੰਦੇ ਫੜੇ ਜਾ ਰਹੇ, ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਤਕਲੀਫ ਕੀ ਹੋ ਰਹੀ ਹੈ? ਇਹ ਹੁਣ ਕਹਿੰਦੇ ਅਸੀਂ ਇਹ ਦੀ ਟੀਮ ਨਹੀਂ ਹੈ। 2017 ਚ ਇਹਨਾਂ ਨੇ ਮਿਲ ਕੇ ਕੀਤਾ, ਵਿਜੀਲੈਂਸ ਨੂੰ ਫ੍ਰੀ ਹੈਂਡ ਦਿੱਤਾ ਔਰ ਕਰਪਟ ਬੰਦਿਆਂ ਨੂੰ ਫੜ ਰਹੀ ਹੈ। ਜਿਹੜੇ ਕਰਪਸ਼ਨ ਕਰਨਗੇ, ਮਾਨ ਸਾਹਿਬ ਨੇ ਕਿਹਾ ਸਾਰੇ ਫੜੇ ਜਾਣਗੇ। ਚਲੋ ਸ਼ੁਕਰੀਆ, ਸਾਰੇ ਭੱਜ ਗਏ। ਵਿਚਾਲੇ ਰੋਕਦੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋਈ ਸਾਹਿਬ ਮਾਫੀ ਚਾਹੂੰਗਾ, ਥੋੜਾ ਜਿਹਾ ਸਮਾਂ ਵੀ ਅੱਜ ਘੱਟ ਦੇ ਪਾਇਆ ਔਰ ਲਾਸਟ ਰਿਐਕਸ਼ਨ ਦੇ ਲਈ ਵੀ ਨਹੀਂ ਆ ਪਾਇਆ। ਖੈਰ ਚਰਚਾ ਤਾਂ ਉਸੇ ਤਰੀਕੇ ਨਾਲ ਹੁੰਦੀ ਹੈ ਕਿ ਆਪਾਂ ਆਪੋ ਆਪਣੀ ਗੱਲ ਰੱਖੀਏ ਔਰ ਲੋਕਾਂ ਤੱਕ ਗੱਲ ਪਹੁੰਚੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੈਰ ਵਿਜੀਲੈਂਸ ਦੇ ਉੱਤੇ ਸਵਾਲ ਉੱਠ ਰਹੇ ਨੇ, ਪਰ ਸਵਾਲ ਇਹ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਖਤਮ ਕਿਵੇਂ ਹੋਵੇਗਾ? ਕਿ ਵਾਕਈ ਇਹੋ ਤਰੀਕਾ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਉੱਤੇ ਏਜੰਸੀਆਂ ਨਕੇਲ ਕੱਸ ਦੇਣ? ਤਰੀਕਾ ਤਾਂ ਇਹੀ ਨਜ਼ਰ ਆਉਂਦਾ ਹੈ, ਪਰ ਨਕੇਲ ਕਿਸੇ ਦੇ ਉੱਤੇ ਘੱਟ ਕਸੀ ਗਈ, ਕਿਸੇ ਦੇ ਉੱਤੇ ਵੱਧ ਕਸੀ ਗਈ ਜਾਂ ਕਿਸੇ ਹੋਰ ਏਜੰਸੀ ਨੇ ਕਸੀ, ਕਿ ਇਹ ਵੀ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਕੁਐਸਚਨੇਬਲ ਨਹੀਂ ਹੈ। ਪਰ ਉਮੀਦ ਕਰਦੇ ਹਾਂ ਕਿ ਵਿਜੀਲੈਂਸ ਦੇ ਮੁੱਦੇ ਉੱਤੇ ਤਕਰਾਰ ਬੇਸ਼ੱਕ ਹੋਈ ਹੈ ਸਦਨ ਦੇ ਵਿੱਚ, ਔਰ ਉਮੀਦ ਇਹ ਵੀ ਹੈ ਕਿ ਬਜਟ ਇਜਲਾਸ ਦੇ ਬਾਕੀ ਦਿਨ ਲੋਕਾਂ ਦੇ ਮੁੱਦੇ ਉੱਤੇ ਜ਼ਰੂਰ ਉੱਠਣਗੇ। ਪ੍ਰਾਈਮ ਟਾਈਮ ਚ ਅੱਜ ਦੇ ਲਈ ਇੰਨਾ ਹੀ।